ਆਵਾਜ਼ੇ ਪੰਜਾਬ ਦੇਖ ਰਹੇ ਹੋ ਜੀ ਤੁਸੀਂ, ਮੈਂ ਬੋਨੀ ਬਿੰਦਰਾ। ਐਸਜੀਪੀਸੀ ਦਾ ਇੱਕ ਅਜੀਬੋ-ਗਰੀਬ ਬਿਆਨ ਹੈ ਜਿਹੜਾ ਉਹ ਸਾਹਮਣੇ ਅੱਜ ਆਇਆ ਹੈ, ਜਿਹਦੇ ਵਿੱਚ ਉਹਨਾਂ ਕਿਹਾ ਹੈ ਕਿ ਹਰ ਇੱਕ ਸਿੱਖ ਨੂੰ 4 ਬੱਚੇ ਪੈਦਾ ਕਰਨੇ ਚਾਹੀਦੇ ਨੇ। ਇਹਨਾਂ ਦੇ ਕੀ ਮਾਇਨੇ ਨੇ ਤੇ ਇਸ ਸਾਰੇ ਸਿਸਟਮ ਨੂੰ ਆਪਾਂ ਕਿਵੇਂ ਦੇਖ ਸਕਦੇ ਹਾਂ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸ਼ਾਮ ਦੇ ਸ਼ੋਅ 'ਚ ਹਮੇਸ਼ਾ ਦੀ ਤਰ੍ਹਾਂ ਜੁੜੇ ਨੇ ਸਰਦਾਰ ਕੁਲਵੰਤ ਸਿੰਘ ਜੀ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਕੁਲਵੰਤ ਜੀ, ਬਹੁਤ ਬਹੁਤ ਸਵਾਗਤ ਜੀ। ਬਹੁਤ ਧੰਨਵਾਦ ਜੀ। ਕੁਲਵੰਤ ਜੀ, ਇਹ ਕੀ ਹੈ ਪੂਰਾ ਮਾਮਲਾ? ਇਹ ਸਾਨੂੰ ਸਮਝਾਓ ਮਾੜਾ ਜਿਹਾ ਕਿ ਇਹ ਐਸਜੀਪੀਸੀ ਵਾਲੇ ਹੁਣ ਕਹਿਣ ਲੱਗੇ ਆ ਕਿ 4-4 ਬੱਚੇ ਨੇ ਉਹ ਪੈਦਾ ਕਰਨੇ ਚਾਹੀਦੇ ਨੇ। ਕਿਵੇਂ ਇਹ ਸਿੱਖਾਂ ਦੇ ਲਈ ਕਿਵੇਂ ਠੀਕ ਰਹੂਗਾ ਤੇ ਕੀ ਇਹਦੇ ਕੀ ਮਾਇਨੇ ਹੁਣ ਦੇਖੇ ਜਾਣੇ ਚਾਹੀਦੇ ਆ? ਦੇਖੋ, ਇਹ ਗੱਲ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਇਹ ਤਾਂ ਚਲੋ ਹੁਣ ਆਉਣ ਵਾਲੇ ਸਮੇਂ 'ਚ ਕਲੀਅਰ ਹੋਏਗੀ, ਪਰ ਜੋ ਬਿਆਨ ਆਇਆ ਉਹ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਕਿ ਸਿੱਖਾਂ ਦੀ ਆਬਾਦੀ ਘਟਦੀ ਜਾ ਰਹੀ ਹੈ ਲਗਾਤਾਰ, ਤੇ ਉਹਨਾਂ ਨੂੰ ਉਹਦੇ ਪਿੱਛੇ ਦਾ ਕਾਰਨ ਹੈ ਕਿ 1 ਜਾਂ 2 ਬੱਚੇ ਪੈਦਾ ਕਰਨ ਦਾ ਰੁਝਾਨ ਹੈ ਉਹ ਵੱਧ ਗਿਆ ਸਿੱਖਾਂ ਦੇ ਵਿੱਚ, ਤੇ ਇਹਦੇ ਕਰਕੇ ਜਿਹੜੇ ਉਹ ਸਿੱਖਾਂ ਦੀ ਆਬਾਦੀ ਜਿਹੜੀ ਘਟ ਗਈ ਹੈ। ਤੇ ਇਸ ਨੂੰ ਲੈ ਕੇ ਕਾਫੀ ਰੌਲਾ ਪੈ ਰਿਹਾ ਸੀ। ਤੇ ਅਨੰਦਪੁਰ ਸਾਹਿਬ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹੁੰਚੇ ਤੇ ਉੱਥੇ ਪੱਤਰਕਾਰਾਂ ਨੇ ਵੀ ਇਹ ਸਵਾਲ ਪੁੱਛਿਆ, ਤੇ ਫਿਰ ਉਹ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਉੱਥੇ ਪੱਤਰਕਾਰਾਂ ਨੂੰ ਕਿਹਾ ਵੀ ਇਹਦੇ 'ਚ ਹਰਜ ਵੀ ਕੋਈ ਨਹੀਂ ਹੈਗਾ, ਵੀ ਜੇ ਸਿੱਖ 2-4 ਬੱਚੇ ਪੈਦਾ ਕਰਨ ਦਾ ਰੁਝਾਨ ਕਰਦੇ ਨੇ ਸ਼ੁਰੂ, ਤੇ ਫਿਰ ਉਹਦੇ ਨਾਲ ਜਿਹੜਾ ਹੋਊਗਾ ਕਿ ਆਉਣ ਵਾਲੇ ਸਮੇਂ 'ਚ ਸਿੱਖਾਂ ਦੀ ਆਬਾਦੀ ਜਿਹੜੀ ਆ ਉਹ ਵਧੇਗੀ ਜੀ। ਹੁਣ ਇਹਦੇ ਪਿੱਛੇ ਦੇ ਹੋਰ ਥੋੜਾ ਪਿੱਛੇ ਜਾਣ ਦੀ ਲੋੜ ਹੈ ਕਿ ਇਹ 2 ਬੱਚਾ ਜਾਂ 1 ਬੱਚਾ ਪੈਦਾ ਕਰਨ ਦਾ ਰੁਝਾਨ ਆਇਆ ਹੀ ਕਿਉਂ ਸੀਗਾ ਜੀ। ਮਤਲਬ ਇੱਕ ਹੋਇਆ ਸੀਗਾ ਕਿ ਪਹਿਲਾਂ ਕੋਈ ਸਮਾਂ ਸੀਗਾ ਤੇ 4 ਤੋਂ 5 ਬੱਚੇ ਜਿਹੜੇ ਸੀ ਇੱਕ ਪਰਿਵਾਰ ਦੇ ਵਿੱਚ ਹੋਇਆ ਕਰਦੇ ਸੀਗੇ, ਤੇ ਮਾਮੂਲੀ ਗੱਲ ਸੀ, ਅੱਜ ਤੋਂ 30-40 ਸਾਲ ਪਹਿਲਾਂ ਦੀ ਗੱਲ ਹੈ, ਤੇ ਉਦੋਂ ਇਹ 4-5 ਬੱਚੇ ਪੈਦਾ ਕਰਨ ਦਾ ਰੁਝਾਨ ਸੀਗਾ। ਹੌਲੀ ਹੌਲੀ ਪ੍ਰਚਾਰ ਇਸ ਲੈਵਲ ਦਾ ਕੀਤਾ ਗਿਆ ਕਿ ਇਹ 4 ਬੱਚੇ ਪੈਦਾ ਕਰਨ ਦੀ 1 ਜਾਂ 2 ਬੱਚੇ ਹੋਤੇ हैं घर में अच्छे ਜੀ। ਫੈਮਿਲੀ ਪਲੈਨਿੰਗ ਨੂੰ ਜਿਹੜਾ ਉਹ ਜ਼ੋਰ ਦਿੱਤਾ ਗਿਆ। ਇਹ ਰੌਲਾ ਪਾਇਆ ਗਿਆ ਕਿ ਜਿੰਨੀ ਤੇਜ਼ੀ ਨਾਲ ਆਬਾਦੀ ਦੇਸ਼ ਦੀ ਵੱਧ ਰਹੀ ਹੈ, ਜਿਹੜਾ ਪੋਪੂਲੇਸ਼ਨ ਵਿਸਫੋਟ ਹੋਏਗਾ, ਇਹਦੇ ਨਾਲ ਦੇਸ਼ ਦੇ ਵਿੱਚ ਖਾਣੇ ਦੀ ਕਮੀ ਹੋਏਗੀ, ਰਿਸੋਰਸਿਸ ਦੀ ਕਮੀ ਹੋਏਗੀ। ਇਹਦੇ ਨਾਲ ਜਿਹੜੀ ਆਬਾਦੀ ਜਿਉਂ-ਜਿਉਂ ਵੱਧਦੀ ਜਾਏਗੀ ਸਾਡੇ ਦੇਸ਼ ਦੇ ਵਿੱਚ ਜਿਹੜੀ ਆ ਉਨੀ ਗਰੀਬੀ ਵੱਧਦੀ ਜਾਏਗੀ। ਉਹ ਬਹੁਤ ਕੁਝ ਪ੍ਰਚਾਰ ਕੀਤਾ ਗਿਆ ਇਸ ਚੀਜ਼ ਨੂੰ ਲੈ ਕੇ, ਤੇ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਪਰਿਵਾਰ ਨਿਯੋਜਨ ਦੀ। ਉਹਦੇ ਵਿੱਚ ਨਸਬੰਦੀ ਤੇ ਹੋਰ ਪਤਾ ਨਹੀਂ ਕਿਹੜੇ ਆਪਰੇਸ਼ਨ ਕਰਾ ਕੇ ਤੇ ਬੱਚੇ ਰੋਕਣ ਦੀ ਜਿਹੜੀ ਆ ਮੁਹਿੰਮ ਜਿਹੜੀ ਉਹ ਚਲਾਈ ਗਈ। ਕੁੱਕਰ ਦਿੱਤੇ ਜਾਂਦੇ ਸੀ, ਇਨਸੈਂਟਿਵ ਦੇਣ ਲੱਗ ਪਏ ਸੀਗੇ ਇਹ ਜਿਹੜੇ ਪਰਿਵਾਰ ਜਿਹੜੇ ਇਹ ਆਪਰੇਸ਼ਨ ਕਰਦੇ ਸੀਗੇ ਡਾਕਟਰਾਂ ਨੂੰ ਵੀ। ਤੇ ਇੱਥੋਂ ਤੱਕ ਕਿ ਹੋਰ ਬੜਾ ਕੁਝ ਕੀਤਾ ਗਿਆ। ਬਹੁਤ, ਮੈਂ ਇੱਕ ਸਟੋਰੀ ਵੀ ਕੀਤੀ ਸੀ ਸੰਗਰੂਰ ਦੀ, ਕਿ ਉਹਦੇ 'ਚ ਬੰਦੇ ਦਾ ਵਿਆਹ ਹਾਲੇ ਤਾਜ਼ਾ ਹੋਇਆ ਸੀਗਾ, ਕੁਛ ਚਿਰ ਬਾਅਦ ਉਹਨੂੰ ਡਾਕਟਰਾਂ ਨੂੰ ਲਾਲਚ ਸੀਗਾ, ਤੇ ਉਹ ਇੱਕ ਡਾਕਟਰ ਨੇ ਇੱਕ ਰਿਕਸ਼ੇ ਵਾਲੇ ਦਾ ਵਿਚਾਰੇ ਦਾ ਉਹਨੂੰ ਪਤਾ ਨਹੀਂ ਸੀਗਾ, ਉਹਨੂੰ 500 ਰੁਪਏ ਦਾ ਲਾਲਚ ਦੇ ਕੇ ਤੇ ਉਹਦਾ ਨਸਬੰਦੀ ਕਰਕੇ ਉਹ ਪਿੱਟਦਾ ਫਿਰਦਾ ਸੀਗਾ। ਮੈਂ ਉਹਦੀ ਸਟੋਰੀ ਕਵਰ ਕੀਤੀ ਸੀ ਜੀ। ਸੋ ਉਹਦੇ 'ਚ ਇਨਸੈਂਟਿਵ ਵੀ ਦਿੱਤੇ ਜਾਂਦੇ ਸੀਗੇ, ਤੇ ਉਹ ਡਾਕਟਰਾਂ ਨੂੰ ਉਹਦੇ ਉਸ ਲੈਵਲ ਦੇ ਉੱਤੇ ਜਾ ਕੇ ਉਹ ਕੰਮ ਕਰਨ ਦਾ ਉਤਸ਼ਾਹ ਦਿੱਤਾ ਜਾਂਦਾ ਸੀ ਵੀ ਤੁਸੀਂ ਕੰਮ ਕਰੋ, ਇਹ ਨਸਬੰਦੀਆਂ ਕਰੋ, ਤੇ ਤੁਹਾਨੂੰ ਅਸੀਂ ਇੰਨਾ ਪੈਸਾ ਦਿਆਂਗੇ ਪਰ ਨਸਬੰਦੀ ਜੀ। ਹੁਣ ਉਹਦੇ ਪਿੱਛੇ ਦੇ ਸਰਕਾਰ ਦੀ ਜਿਹੜੀ ਸੋਚ ਸੀਗੀ ਉਹ ਵੱਖਰੀ ਸੀਗੀ। ਉਹ ਸੋਚ ਲੋਕਾਂ ਨੇ ਕਿਉਂ ਅਪਣਾਈ, ਹੁਣ ਆਪਾਂ ਨੇ ਇਹ ਦੇਖਣਾ ਹੈਗਾ ਕਿ ਲੋਕਾਂ ਦੇ ਕੀ ਇਕੱਲਾ 2 ਜਾਂ 3 ਬੱਚੇ ਹੋਤੇ ਹੈ ਘਰ ਮੇਂ ਅੱਛੇ ਇੱਕ ਸਲੋਗਨ ਜਾਂ ਕੁਝ ਚੰਦ ਪੈਸਿਆਂ ਦਾ ਲਾਲਚ ਹੀ ਜਿਹੜਾ ਦੇ ਪਿੱਛੇ ਕੰਮ ਕਰ ਗਿਆ? ਨਹੀਂ, ਇਹਦੇ ਪਿੱਛੇ ਜਿਹੜਾ ਕੰਮ ਕੀਤਾ ਨਾ ਉਹ ਇਹ ਸੀ ਕਿ ਮਹਿੰਗਾਈ ਵੱਧਦੀ ਚਲੀ ਗਈ ਜੀ। ਲੋਕਾਂ ਕੋਲੇ ਜਿਹੜੇ ਸੀਗੇ ਉਹ ਆਪਣੇ ਬੱਚਿਆਂ ਨੂੰ ਪਾਲਣ ਦੇ ਜਿਹੜੇ ਸਾਧਨ ਸੀਗੇ ਉਹ ਉਨੇ ਨਹੀਂ ਸੀਗੇ, ਕਮਾਈ ਦੇ ਸਾਧਨ ਘਟ ਗਏ ਸੀਗੇ, ਬੇਰੁਜ਼ਗਾਰੀ ਵੱਧਦੀ ਚਲੀ ਜਾ ਰਹੀ ਸੀ। ਅੱਗੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਕਿਸੇ ਲੈਵਲ ਤੱਕ ਪਹੁੰਚਾਉਣ ਦੀ ਸੋਚ ਵਾਲੇ ਜਿਹੜੇ ਮਾਪੇ ਸੀਗੇ ਉਹ ਇਹ ਨਹੀਂ ਚਾਹੁੰਦੇ ਸੀ ਕਿ ਉਹ ਆਪਣੇ ਬੱਚਿਆਂ ਨੂੰ ਧਰਤੀ ਤੇ ਲੈ ਤਾਂ ਆਉਣ, ਪਰ ਉਹਨਾਂ ਨੂੰ ਉਹ ਮੁਕਾਮ ਨਾ ਦਵਾ ਸਕਣ ਜਿਨ੍ਹਾਂ ਦੇ ਉਹ ਸੁਪਨੇ ਕਦੇ ਆਪਣੇ ਵਾਸਤੇ ਸੋਚਿਆ ਕਰਦੇ ਸੀਗੇ ਜੀ। ਤੇ ਇਹ ਚੀਜ਼ ਨੂੰ ਲੈ ਕੇ ਉਹਨਾਂ ਨੇ ਆਪਣੇ ਜਿਹੜੀ ਆ ਉਹ ਬੱਚੇ ਹੀ ਉਹਨੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਪੜ੍ਹਾ ਲਿਖਾ ਕੇ ਤੇ ਉਹ ਇੱਕ ਚੰਗਾ ਇਨਸਾਨ ਬਣਾ ਸਕਣ ਜੀ। ਇਹਦੇ ਪਿੱਛੇ ਸੋਚ ਜਿਹੜੀ ਸੀਗੀ ਉਹ ਕੁਝ ਪ੍ਰਚਾਰ ਮਾਧਿਅਮਾਂ ਨੇ ਵੀ ਕੀਤਾ, ਕੁਝ ਫਿਲਮਾਂ ਨੇ ਵੀ ਕੀਤਾ, ਨਾਟਕਾਂ ਨੇ ਵੀ ਕੀਤਾ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕੰਮ ਕੀਤੀਆਂ। ਪਰ ਸਭ ਤੋਂ ਵੱਡਾ ਜਿਹੜਾ ਰੀਜ਼ਨ ਸੀਗਾ ਉਹ ਇਹ ਸੀਗਾ ਕਿ ਲੋਕਾਂ ਦੇ ਵਿੱਚ ਬੇਰੁਜ਼ਗਾਰੀ, ਪੈਸੇ ਦੀ ਕਮੀ, ਮਹਿੰਗਾਈ, ਹੋਰ ਬਹੁਤ ਇਹਦੇ ਨਾਲ ਫਾਈਨੈਂਸ਼ੀਅਲ ਸਿਸਟਮ ਜਿਹੜਾ ਸੀ ਉਹ ਕਾਫੀ ਜੁੜਿਆ ਹੋਇਆ ਸੀਗਾ ਜੀ। ਹੁਣ ਆਈਏ ਆਪਾਂ ਮੌਜੂਦਾ ਬਿਆਨ ਵੱਲ, ਤੇ ਜੇਕਰ ਮੌਜੂਦਾ ਬਿਆਨ ਵੱਲ ਆਪਾਂ ਝਾਤੀ ਮਾਰੀਏ ਤਾਂ ਉਹ ਇਹ ਗੱਲ ਤਾਂ ਕਹਿ ਰਹੇ ਨੇ
ਹਰਜਿੰਦਰ ਸਿੰਘ ਧਾਮੀ ਹੋਣੀ ਵੀ ਤੇ ਗਿਆਨੀ ਗੁਰਬਚਨ ਸਿੰਘ ਹੋਣੀ ਵੀ, ਜੀ ਕਿ ਸਿੱਖਾਂ ਨੂੰ 4 ਬੱਚੇ ਪੈਦਾ ਕਰਨ ਦਾ ਰੁਝਾਨ ਜਿਹੜਾ ਉਹ ਸ਼ੁਰੂ ਕਰਨਾ ਚਾਹੀਦਾ ਹੈ। ਪਰ ਕੀ ਜਿਹੜੀ ਸਮੱਸਿਆ ਨੂੰ ਮੁੱਖ ਰੱਖਦਿਆਂ ਲੋਕਾਂ ਨੇ, ਖਾਸ ਕਰਕੇ ਜੇ ਸਿੱਖਾਂ ਦੀ ਗੱਲ ਕਰਦੇ ਆ, ਤੇ ਜਿਹੜੇ ਸਿੱਖਾਂ ਨੇ ਇਹ ਜਿਹੜਾ ਮਾਲੀਏ ਨੂੰ ਮੁੱਖ ਰੱਖਦਿਆਂ, ਆਪਣੀ ਫਾਈਨੈਂਸ਼ੀਅਲ ਸਥਿਤੀ ਨੂੰ ਮੁੱਖ ਰੱਖਦਿਆਂ, ਜਿਹੜੇ 2 ਬੱਚੇ ਪੈਦਾ ਕਰਨ ਦਾ, 1 ਬੱਚੇ ਪੈਦਾ ਕਰਨ ਦਾ ਰੁਝਾਨ ਸ਼ੁਰੂ ਕੀਤਾ ਸੀ, 4 ਬੱਚੇ 5 ਬੱਚਿਆਂ ਤੋਂ ਹਟ ਕੇ, ਜੀ ਕੀ ਉਹ ਸਮੱਸਿਆ ਹੱਲ ਹੋ ਗਈ ਹੈ? ਕੀ ਕੱਲਾ ਇਹ ਬਿਆਨ ਦੇਣ ਨਾਲ ਹੀ ਜਿਹੜੀ ਹੈ ਉਹ ਸਿੱਖ 4 ਬੱਚੇ ਪੈਦਾ ਕਰਨ ਲੱਗ ਜਾਣਗੇ? ਗਿਆਨੀ ਗੁਰਬਚਨ ਸਿੰਘ ਦੀ ਗੱਲ ਮੰਨ ਲੈਣਗੇ, ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਗੱਲ ਮੰਨ ਲੈਣਗੇ? ਕੀ ਇਸ ਤੋਂ ਇਲਾਵਾ ਵੀ SGPC ਕੋਈ ਜਿਹੜੇ 4 ਬੱਚੇ ਪੈਦਾ ਕਰ ਰਹੇ ਨੇ ਉਹਨਾਂ ਨੂੰ ਕੁਝ ਉਤਸ਼ਾਹਿਤ ਕਰੇਗੀ ਕਿਸੇ ਪਾਸੋਂ? ਜੀ ਮੈਨੂੰ ਤਾਂ ਇਹ ਦੱਸਦਿਆਂ ਹੋਇਆ ਤੁਹਾਨੂੰ ਮਤਲਬ ਤੁਸੀਂ ਹੈਰਾਨ ਹੋਵੋਗੇ ਕਿ ਇਹਨਾਂ ਨੂੰ 8-8 9-9 ਮਹੀਨੇ ਤਾਂ 10-10 ਮਹੀਨੇ ਤਾਂ ਹੋ ਗਏ ਇਹਨਾਂ ਨੂੰ ਆਪਣੇ ਵਿਦਿਅਕ ਸੰਸਥਾਵਾਂ ਦੇ ਵਿੱਚ ਜਿਹੜੇ ਅਧਿਆਪਕ ਨੇ, ਜਿਹੜੇ ਇਹਨਾਂ ਦੇ ਪ੍ਰੋਫੈਸਰ ਨੇ, ਲੈਕਚਰਰ ਨੇ, ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਇਹਨਾਂ ਤੋਂ। ਇਹ ਕਿਸੇ ਨੂੰ ਮਤਲਬ ਇਹ ਲਾ ਕੇ ਚਲੋ ਵੀ ਇੱਕ ਸਸਤਾ ਤਾਂ ਕੀ ਕਿਸੇ ਨੂੰ ਦੇਣਗੇ? ਜੀ ਆਪਣੇ ਅਧਿਆਪਕਾਂ ਨੂੰ ਜਿਹੜੇ ਇਹਨਾਂ ਦੇ ਪ੍ਰੋਫੈਸਰ ਨੇ, ਜਿਹੜੇ ਇਹਨਾਂ ਦੇ ਲੈਕਚਰਰ ਨੇ, ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ, ਉਹ ਵੀ ਵਿਚਾਰੇ ਰੌਲਾ ਪਾ ਰਹੇ ਨੇ। ਮੇਰੇ ਕਈ ਜਾਣਕਾਰ ਨੇ ਜਿਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਇਹਨਾਂ ਤੋਂ। ਜੀ ਇਹ ਸਿੱਖਿਆ ਮੁਫਤ ਨਹੀਂ ਕਰ ਸਕਦੇ। ਇਹ ਉਹਨਾਂ ਨੂੰ ਪੈਸਾ ਕਿੱਥੋਂ? ਜੇ ਤੁਸੀਂ ਦੇਖੋ ਈਸਾਈ ਧਰਮ ਦਾ ਪ੍ਰਚਾਰ ਜਿਹੜਾ ਉਹ ਦੇਸ਼ ਦੇ ਵਿੱਚ ਕਿਵੇਂ ਹੋ ਰਿਹਾ, ਉਹਨਾਂ ਨੂੰ ਬਾਹਰੋਂ ਫੰਡਿੰਗ ਆ ਰਹੀ ਹੈ, ਪੈਸਾ ਵੰਡਿਆ ਜਾ ਰਿਹਾ ਜਿਹੜੇ ਉਹ ਧਰਮ ਪਰਿਵਰਤਨ ਕਰਨ ਦੇ ਲਈ। ਤੇ ਇਹ ਤਾਂ ਆਪਣੇ ਧਰਮ ਦੇ ਵਿੱਚ ਤੁਸੀਂ ਜੇਕਰ ਕਿਸੇ ਨੂੰ ਕੁਝ ਚੀਜ਼ ਕਰਨ ਨੂੰ ਉਤਸ਼ਾਹਿਤ ਕਰ ਰਹੇ ਹੋ ਤਾਂ ਉਹਨਾਂ ਨੂੰ ਮਾਲੀਆ ਮਦਦ ਵੀ ਤਾਂ ਦਿਓ ਨਾ। ਜੀ ਕਿ ਤੁਸੀਂ ਕਹੋ ਵੀ ਤੁਸੀਂ ਬੱਚਾ ਪੈਦਾ ਕਰੋਗੇ, ਅਸੀਂ ਤੁਹਾਨੂੰ ਇੰਨਾ ਪੈਸਾ ਜਿਹੜਾ ਤੁਹਾਡੇ ਬੱਚਿਆਂ ਦੀ ਪੜ੍ਹਾਈ ਜਾਂ ਲਿਖਾਈ ਦਾ ਤੁਹਾਡਾ ਜਿਹੜਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਉਹਦੇ ਪਿੱਛੇ ਸਾਡੀ ਜਿਹੜੀ SGPC ਆ ਉਹ ਤੁਹਾਡੀ ਮਦਦ ਕਰੇਗੀ। ਜੀ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਸਾਡੀ ਚੀਜ਼, ਅਸੀਂ ਤੁਹਾਡੀ ਜਿਹੜੀ ਬੱਚਿਆਂ ਦੀ ਪੜ੍ਹਾਈ ਫ੍ਰੀ ਕਰਾਂਗੇ, ਉਹਨਾਂ ਨੂੰ ਜੌਬ ਪਲੇਸਮੈਂਟ ਵਾਸਤੇ ਅਸੀਂ ਆਹ ਕੰਮ ਕਰਾਂਗੇ। ਕੀ ਇਹ ਕਰਿਆ? ਮੈਨੂੰ ਨਹੀਂ ਲੱਗਦਾ। ਉਹਨਾਂ ਕੋਲ ਤਾਂ ਤਨਖਾਹ ਨਹੀਂ ਹੈਗੀ ਉਹਨਾਂ ਕੋਲ ਆਪਣੇ ਜਿਹੜੇ ਉਹਨਾਂ ਨੂੰ ਦੇਣ ਲਈ, ਮੁਲਾਜ਼ਮਾਂ ਨੂੰ ਦੇਣ ਲਈ, ਤੇ ਇਹ ਉਹਨਾਂ ਨੂੰ ਕਿੱਥੋਂ ਫ੍ਰੀ ਦੇ ਦੇਣਗੇ? ਨਾਲੇ ਜੇ ਆਪਾਂ ਇੱਕ ਤਰ੍ਹਾਂ ਦਾ ਧਿਆਨ ਕਰਕੇ ਦੇਖੀਏ ਤਾਂ ਪੰਜਾਬ ਦੇ ਉੱਤੇ ਸਭ ਤੋਂ ਵੱਧ ਇਲਜ਼ਾਮ ਲੱਗਦਾ ਕਿ ਪੰਜਾਬੀ ਨੇ ਜਿਹੜੇ ਉਹ ਪਲਾਇਨ ਕਰ ਰਹੇ ਨੇ, ਬਾਹਰ ਜਾ ਰਹੇ ਨੇ, ਤੇ ਪੰਜਾਬ ਦੇ ਲੋਕ ਹੀ ਨੇ ਜਿਹੜੇ ਉਹ ਸਭ ਤੋਂ ਵੱਧ ਫਲੈਟਾਂ ਫੜ ਰਹੇ ਨੇ। ਕਹਿੰਦੇ IELTS ਦੇ ਸੈਂਟਰ ਭਗਵੰਤ ਮਾਨ ਹੋਣੀ ਬਾਰ-ਬਾਰ ਕਹਿੰਦੇ ਨੇ ਕਿ ਬੱਚਾ ਪੜ੍ਹਾ ਕੇ MSc ਕਰਕੇ, ਅੱਜ ਵੀ ਉਹਨਾਂ ਨੇ ਕਿਹਾ ਹੈ, ਕਹਿੰਦੇ ਵੀ IELTS ਕਰਕੇ ਮੁੜ ਕੇ ਫਿਰ ਬਾਹਰ ਚਲਾ ਜਾਂਦਾ ਹੈ। ਤੇ ਹਜੇ ਤੱਕ ਜਿੱਥੇ ਸਿੱਖਾਂ ਦਾ ਸਭ ਤੋਂ ਜ਼ਿਆਦਾ ਹੋਲਡ ਮੰਨਿਆ ਜਾਂਦਾ, ਜਿੱਥੇ ਸਭ ਤੋਂ ਜ਼ਿਆਦਾ ਸਿੱਖ ਇਸ ਟਾਈਮ ਹੈਗੇ ਨੇ ਪੰਜਾਬ ਦੇ ਵਿੱਚ, ਜੇ ਉੱਥੇ ਹੀ ਲੋਕ ਨੇ ਬਾਹਰ ਜਾ ਰਹੇ ਨੇ, ਬੱਚੇ ਵੀ ਘੱਟ ਪੈਦਾ ਕਰ ਰਹੇ ਨੇ, ਤਾਂ ਇਹਦਾ ਮਤਲਬ ਤਾਂ ਇਹੀ ਹੈ ਨਾ ਕਿ ਹਜੇ ਤੱਕ ਜਿਹੜੀ ਵੀ ਸੰਸਥਾਵਾਂ ਨੇ ਅੱਗੇ ਰਹੀਆਂ ਨੇ, ਉਹ ਨਾ ਤਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਹੋਲਡ ਕਰਕੇ ਰੱਖ ਸਕੀਆਂ ਨੇ, ਨਾ ਹੀ ਉਹੋ ਜਿਹੀਆਂ ਜਿਹੜੀਆਂ ਚੀਜ਼ਾਂ ਮੁਹੱਈਆ ਕਰਵਾ ਸਕੀਆਂ ਨੇ ਜਿਨ੍ਹਾਂ ਦੇ ਨਾਲ ਕਿ ਇਹ ਇੱਥੇ ਚੰਗੀ ਤਰ੍ਹਾਂ ਰਹਿ ਸਕਣ ਤੇ ਆਬਾਦੀ ਵੀ ਉਸੇ ਤਰੀਕੇ ਨਾਲ ਆਪਣੀ ਵਧਾ ਸਕਣ। ਦੇਖੋ ਬੋਨੀ, ਤੁਸੀਂ ਇੱਕ ਗੱਲ ਦੇਖੋ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਲੋਗਨ ਦਿੱਤਾ ਸੀ ਕਿ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਬੋ। ਜੀ ਮਾਨਸ ਯਾਨੀ ਕਿ ਇਨਸਾਨੀਅਤ ਜਿਹੜੀ ਆ ਉਹਦੀ ਜਾਤ ਇੱਕੋ ਹੀ ਹੈ, ਇੱਕੋ ਪਛਾਣ ਕਰਨੀ ਚਾਹੀਦੀ ਉਹਦੀ। ਇੱਥੇ ਤਾਂ ਹਾਲਾਤ ਤੁਸੀਂ ਦੇਖੋ ਵੀ ਜਿਹੜੇ ਪਿੰਡਾਂ ਦੇ ਵਿੱਚ ਨੇ ਉਹ ਦਲਿਤਾਂ ਦੇ ਗੁਰਦੁਆਰੇ ਵੱਖਰੇ ਨੇ, ਦਲਿਤਾਂ ਦੇ ਸ਼ਮਸ਼ਾਨ ਘਾਟ ਵੱਖਰੇ ਨੇ, ਉੱਥੇ ਧਾਰਮਿਕ ਸਥਾਨ ਉਹਨਾਂ ਦੇ ਵੱਖਰੇ ਨੇ, ਇੱਥੋਂ ਤੱਕ ਕਿ ਉੱਥੇ ਜਿਹੜੇ ਉਹਨਾਂ ਦੀਆਂ ਧਰਮਸ਼ਾਲਾਵਾਂ ਵੱਖਰੀਆਂ ਨੇ। ਹੁਣ ਮੈਂ ਪਿੱਛੇ ਜਿਹੇ ਇੱਕ ਸਟੋਰੀ ਕਵਰ ਕੀਤੀ ਸੀ ਕਿ ਜਾਤ ਪਾਤ ਸ਼ਹਿਰਾਂ ਦੇ ਵਿੱਚੋਂ ਕਿਉਂ ਘਟੀ ਤੇ ਪਿੰਡਾਂ ਦੇ ਵਿੱਚ ਅੱਜ ਵੀ ਕਿਉਂ ਇਹ ਕਾਇਮ ਹੈ। ਜਿਹੜੀ ਜਾਤ ਪਾਤ ਖਤਮ ਕਰਨ ਲਈ ਜਿਹੜੇ ਉਹ 4 ਚੀਜ਼ਾਂ ਨੇ, 3-4 ਚੀਜ਼ਾਂ ਨੇ ਬੜਾ ਵੱਡਾ ਰੋਲ ਅਦਾ ਕੀਤਾ। ਉਹਦੇ ਵਿੱਚ ਨੰਬਰ 1 ਜਿਹੜਾ ਸੀ ਧਾਰਮਿਕ ਸਥਾਨ, ਨੰਬਰ 2 ਦੇ ਉੱਤੇ ਸੀਗੇ ਜਿਹੜੇ ਸ਼ਮਸ਼ਾਨ ਘਾਟ, ਨੰਬਰ 3 ਦੇ ਉੱਤੇ ਸੀਗੇ ਜਿਹੜੇ ਕੀ ਕਹਿੰਦੇ ਆ ਜਿਹੜੇ ਵਿਆਹ ਸ਼ਾਦੀਆਂ ਨੂੰ ਧਰਮਸ਼ਾਲਾਵਾਂ। ਜੀ ਹੁਣ ਇਹਨਾਂ ਤਿੰਨਾਂ ਦੀ ਅਗਰ ਤੁਸੀਂ ਸ਼ਹਿਰਾਂ ਤੇ ਪਿੰਡਾਂ ਦੇ ਨਾਲ ਤੁਲਨਾ ਕਰਕੇ ਵੇਖੋ ਤਾਂ ਪਿੰਡਾਂ ਦੇ ਵਿੱਚ ਜਿਹੜੀਆਂ ਦਲਿਤਾਂ ਦੀ ਧਰਮਸ਼ਾਲਾ ਵੱਖਰੀ, ਦਲਿਤਾਂ ਦੇ ਸ਼ਮਸ਼ਾਨ ਘਾਟ ਵੱਖਰੇ ਤੇ ਦਲਿਤਾਂ ਦੇ ਧਾਰਮਿਕ ਸਥਾਨ ਵੱਖਰੇ। ਸ਼ਹਿਰਾਂ ਦੇ ਵਿੱਚ ਅਗਰ ਆਈਏ ਤੇ ਸ਼ਹਿਰਾਂ ਦੇ ਵਿੱਚ ਧਰਮਸ਼ਾਲਾ ਜਿਹੜੇ ਜੰਝ ਘਰ ਵੀ ਜਿਹੜੇ ਨੇ ਉਹ ਇਕੱਠੇ ਨੇ, ਸ਼ਮਸ਼ਾਨ ਘਾਟ ਵੀ ਇਕੱਠੇ ਨੇ ਤੇ ਜਿਹੜੇ ਧਾਰਮਿਕ ਸਥਾਨ ਵੀ ਇਕੱਠੇ ਨੇ। ਇੱਥੇ ਇਹੀ ਉਹ ਸਥਾਨ ਨੇ ਜਿੱਥੇ ਸਭ ਤੋਂ ਵੱਧ ਪਬਲਿਕ ਇਕੱਠ ਹੁੰਦੀ ਹੈ। ਜੀ ਪਬਲਿਕ ਜਿੱਥੋਂ ਇਕੱਠ ਹੋਏਗਾ ਤਾਂ ਉੱਥੇ ਇਕੱਠ ਦੇ ਵਿੱਚ ਹੀ ਜਦੋਂ ਇੱਕ ਦੂਜੇ ਦੇ ਨਾਲ ਮਿਲਵਰਤਨ ਹੋਏਗਾ, ਇੱਕ ਦੂਜੇ ਨਾਲ ਬੈਠਣਗੇ, ਗੱਲਾਂ ਕਰਨਗੇ, ਇੱਕ ਦੂਜੇ ਦੀ ਜਿਹੜੀ ਕਲਚਰ ਨੂੰ ਸਮਝਣਗੇ ਤੇ ਉਹ ਇੱਕ ਦੂਜੇ ਦੇ ਕੋਲ ਬੈਠ ਕੇ ਕਹਿਣਗੇ ਯਾਰ ਵੀ ਤਾਂ ਸਾਡੇ ਵਰਗੇ ਇਨਸਾਨ ਨੇ। ਜਦੋਂ ਤੁਸੀਂ ਇਹਨਾਂ ਨੂੰ ਦੂਰ ਹੀ ਕਰ ਦੋਗੇ ਤੇ ਇਹ ਨੇੜੇ ਹੀ ਨਹੀਂ ਆਣ ਦਿਓਗੇ ਤੇ ਫਿਰ ਇਹ ਪਾੜਾ ਕਿਵੇਂ ਮੁੱਕੇਗਾ? ਇਸ ਚੀਜ਼ ਨੂੰ ਲੈ ਕੇ SGPC ਨੇ ਵੀ ਕੋਈ ਵੱਡਾ ਰੋਲ ਨਹੀਂ ਅਦਾ ਕੀਤਾ।
ਐਸਜੀਪੀਸੀ ਇੱਕ ਬੜੀ ਵੱਡੀ ਸੰਸਥਾ ਸੀਗੀ, ਉਹਨਾਂ ਨੇ ਵੀ ਇਸ ਚੀਜ਼ ਨੂੰ ਲੈ ਕੇ ਕੋਈ ਆਵਾਜ਼ ਨਹੀਂ ਚੁੱਕੀ, ਕੋਈ ਹੁਕਮਨਾਮਾ ਨਹੀਂ ਜਾਰੀ ਹੋਇਆ ਇਸ ਮਾਮਲੇ ਨੂੰ ਲੈ ਕੇ। ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਸੀ, ਸਿੱਖ ਸੀਗੇ, ਉਹ ਉਹਨਾਂ ਡੇਰਿਆਂ ਵੱਲ ਚਲੇ ਗਏ ਜਿਨ੍ਹਾਂ ਡੇਰਿਆਂ ਨੇ ਉਹਨਾਂ ਨੂੰ ਉਹਨਾਂ ਦੀ ਆਰਥਿਕ ਮਦਦ ਵੀ ਕੀਤੀ ਤੇ ਉਹਨਾਂ ਦੇ ਵਿੱਚ ਜਾਤ ਪਾਤ ਦਾ ਜਿਹੜਾ ਉਹ ਪਾੜਾ ਵੀ ਉਹਨਾਂ 'ਚ ਕੋਈ ਸਮਝਿਆ ਨਹੀਂ ਹੈਗਾ। ਤੁਸੀਂ ਅੱਜ ਨੋਟ ਕਰੋ ਵੀ ਸਰਸੇ ਵਾਲੇ ਜਿਹੜੇ ਹੈਗੇ ਨੇ ਡੇਰਾ ਸੱਚਾ ਸੌਦਾ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਇਸ ਕਰਕੇ ਚਲੇ ਗਏ ਕਿਉਂਕਿ ਇਹਨਾਂ ਨੇ ਇਹ ਜਿਹੜਾ ਜਾਤ ਪਾਤ ਦਾ ਪਾੜਾ ਜਿਹੜਾ ਸੀ ਉਹ ਧਾਰਮਿਕ ਸਥਾਨਾਂ ਦੇ ਵਿੱਚ ਵੀ ਰਿਹਾ ਜੀ। ਤੇ ਅੱਜ ਹਾਲਾਤ ਇਹ ਨੇ ਕਿ ਇਹਨਾਂ ਨੂੰ ਆਪਣੀ ਹੀ ਕੌਮ ਨੂੰ ਜਿਹੜਾ ਇਕੱਠਾ ਕਰਕੇ ਰੱਖਣਾ ਬੜਾ ਔਖਾ ਹੋ ਗਿਆ। ਅੱਜ ਡੇਰਿਆਂ ਦੇ ਵਿੱਚ ਜਿਹੜੀ ਸੰਗਤ ਹੈ ਉਹ ਇੱਥੇ ਨਾਲੋਂ ਜ਼ਿਆਦਾ ਹੈਗੀ ਹੈ। ਤੁਸੀਂ ਇੱਕ ਗੱਲ ਦੇਖੋ ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਉੱਤੇ ਜਿਹੜਾ ਉਹ ਇੱਕ ਗੱਲ ਆਈ ਸੀਗੀ ਕਿ ਉਹਨਾਂ ਤੇ ਪਰਚਾ ਦਰਜ ਕਰਨਾ ਹੈ ਜਾਂ ਉਹਨਾਂ ਦੀ ਸਜ਼ਾ ਦੀ ਗੱਲ ਆਈ ਸੀ, ਤਾਂ ਉਹ ਤੁਸੀਂ ਦੇਖੋ ਪੰਜਾਬ ਦਾ ਮਾਹੌਲ ਕਿੰਨਾ ਖਰਾਬ ਹੋ ਗਿਆ ਸੀ। ਉਹ ਡੇਰੇ ਵਾਲੇ ਕਿਵੇਂ ਹਾਵੀ ਹੋ ਗਏ ਸੀ। ਉਹਨਾਂ ਦੇ ਵਿੱਚ ਵੀ ਸਿੱਖ ਨੇ ਜੀ, ਉਹ ਸਿੱਖ ਸਪਸ਼ਟ ਰੂਪ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਹੀ ਉਹਨਾਂ ਦੇ ਡੇਰੇ ਦੇ ਵਿੱਚ ਨੇ ਤੇ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਹੀ ਬੇਮੁਖ ਹੋ ਕੇ ਬੈਠੇ ਹੋਏ ਨੇ। ਇਹ ਲੋਕ ਆਪਣੀ ਸਿੱਖੀ ਭਾਈਚਾਰੇ ਨੂੰ ਹੀ ਇਕੱਠਾ ਕਰਕੇ ਰੱਖਣ ਦੇ ਵਿੱਚ ਨਾਕਾਮ ਹੋ ਗਏ ਤੇ ਫਿਰ ਆਹ ਗੱਲ ਜਿਹੜੀ ਕਰਨੀ ਕਿ ਉਹਨਾਂ ਦੀ ਗੱਲ ਫੋਕਾ ਬਿਆਨ ਦੇ ਦੇਣਾ, ਉਹ ਕੋਈ ਵੱਡੀ ਗੱਲ ਨਹੀਂ। ਉਹ ਤੁਸੀਂ ਦੇਖੋ ਵੀ ਜੇਕਰ ਆਪਾਂ ਜਿਹੜੇ ਲੋਕ ਡੇਰਿਆਂ ਦੇ ਵਿੱਚ ਚਲੇ ਗਏ, ਅੱਜ ਡੇਰੇ ਦੇ ਵਿੱਚੋਂ ਡੇਰੇ ਵਾਲਿਆਂ ਦੇ ਉੱਤੇ ਉਹਨਾਂ ਲੋਕਾਂ ਦੇ ਉੱਤੇ ਇਹ ਗੱਲ ਦਾ ਬੇਦਬੀ ਦੇ ਦੋਸ਼ ਲੱਗੇ ਨੇ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਾ ਹੈ ਜੀ। ਤੇ ਉਹ ਤੁਸੀਂ ਦੇਖੋ ਵੀ ਉਹ ਬੰਦੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰ ਰਹੇ ਨੇ। ਤੇ ਜੇਕਰ ਉਹ ਕਿਉਂ ਹੋਇਆ, ਕਿਉਂਕਿ ਉਹ ਇਹ ਸਿੱਖੀ ਤੋਂ ਬੇਮੁਖ ਹੋ ਕੇ ਡੇਰੇ ਵਾਲਿਆਂ ਦੇ ਪਾਸੇ ਚਲੇ ਗਏ। ਤੇ ਜਦੋਂ ਡੇਰੇ ਵਾਲੇ ਦੇ ਪਾਸੇ ਚਲੇ ਗਏ, ਇਹ ਆਪਣੇ ਹੀ ਸਿੱਖਾਂ ਨੂੰ ਜਿਹੜੇ ਉਹ ਬੰਨ੍ਹ ਕੇ ਰੱਖਣ ਦੇ ਵਿੱਚ ਨਾਕਾਮ ਰਹਿ ਗਏ ਨੇ। ਜੇ ਡੇਰਿਆਂ ਵਾਲੇ ਸਿੱਖ ਹੀ ਆਪਣੇ ਵਾਲੇ ਪਾਸੇ ਕਰ ਲੈਣ ਤਾਂ ਇਹਨਾਂ ਦੀ ਆਬਾਦੀ ਤੁਸੀਂ ਦੇਖੋ ਵੀ ਕਿੰਨੀ ਹੁੰਦੀ ਹੈ। ਚਲੋ ਇਹ ਗੱਲ ਬੜੀ ਪਿੱਛੇ ਤੱਕ ਚਲੀ ਜਾਂਦੀ ਹੈ ਕਿਉਂਕਿ ਜਦੋਂ ਭੀਮ ਰਾਓ ਅੰਬੇਦਕਰ ਉਹਨਾਂ ਨੇ ਵੀ ਇਹ ਇੱਕ ਵਾਰੀ ਹੋਇਆ ਸੀ ਹਾਂ ਕਿ ਮੈਂ ਜਿਹੜਾ ਆਪਣੇ ਸਾਰੇ ਸਮਰਥਕਾਂ ਦੇ ਨਾਲ ਸਿੱਖ ਧਰਮ ਜੁਆਇਨ ਕਰਾਂਗਾ। ਬਿਲਕੁਲ। ਉਸ ਤੋਂ ਬਾਅਦ ਜਿਹੜੀ ਮਾਸਟਰ ਤਾਰਾ ਸਿੰਘ ਉਹਨਾਂ ਦੇ ਉੱਤੇ ਦੋਸ਼ ਲੱਗਦੇ ਨੇ ਵੀ ਉਹਨਾਂ ਨੇ ਅਜਿਹਾ ਨਹੀਂ ਹੋਣ ਦਿੱਤਾ। ਉਸ ਤੋਂ ਬਾਅਦ ਜਿਹੜੀ ਰਾਜਨੀਤੀ ਹੋਈ ਹੈ ਉਹਦੇ ਬਾਰੇ ਆਪਾਂ ਸਾਰੇ ਜਾਣੂ ਹਾਂ ਤੇ ਉਹ ਚਰਚਾ ਕਰਨ ਦਾ ਵਿਸ਼ਾ ਇਸ ਟਾਈਮ ਨਹੀਂ ਹੈ। ਪਰ ਆਪਾਂ ਗੱਲ ਹੈ ਜਿਹੜੀ ਉਹ ਇਹੀ ਧਿਆਨ ਦੇ ਵਿੱਚ ਰੱਖਣੀ ਹੈ ਕਿ ਆਬਾਦੀ ਜਿਹੜੀ ਆ ਉਹ ਆਲਰੇਡੀ ਦੁਨੀਆ ਦੇ ਵਿੱਚ ਵੱਧ ਰਹੀ ਹੈ, ਗਲੋਬਲ ਵਾਰਮਿੰਗ ਵੱਧ ਰਹੀ ਹੈ। ਜਿਵੇਂ ਜਿਵੇਂ ਆਬਾਦੀ ਵਧੇਗੀ ਸੋਸ਼ਲ ਇਸ਼ੂਜ਼ ਵੀ ਆਉਂਦੇ ਨੇ, ਜ਼ਮੀਨਾਂ ਘਟਦੀਆਂ ਜਾ ਰਹੀਆਂ। ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਕਲੀਅਰ ਕਰਨੀ ਚਾਹਾਂਗਾ ਕਿ ਤੁਸੀਂ ਇੱਕ ਗੱਲ ਦੇਖੋ ਵੀ ਜਦੋਂ ਕਦੇ ਨੈਚੁਰਲ ਡਿਜ਼ਾਸਟਰ ਯਾਨੀ ਕਿ ਕੁਦਰਤੀ ਆਫਤ ਆਉਂਦੀ ਆ ਤਾਂ ਉਹਦੇ ਵਿੱਚ ਐਸਜੀਪੀਸੀ ਕਿੱਡਾ ਕੁ ਬੜਾ ਰੋਲ ਅਦਾ ਕਰਦੀ ਹੈ। ਤੁਸੀਂ ਸੋਚ ਸਕਦੇ ਹੋ ਵੱਧ ਤੋਂ ਵੱਧ ਲੰਗਰ ਲਗਾ ਦੇਗੀ। ਇਸ ਤੋਂ ਬਾਅਦ ਕਿਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਵੱਡਾ ਜਿਹੜਾ ਉਹ ਹਮਲਾ ਮਾਰ ਕੇ ਕਿਤੇ ਮੈਨੂੰ ਲੱਗਾ ਹੋਵੇ। ਲੇਕਿਨ ਤੁਸੀਂ ਇਹ ਦੇਖੋ ਵੀ ਭਾਵੇਂ ਕਿ ਉਹਨਾਂ ਦੇ ਉੱਤੇ ਕਿੱਡੇ ਵੱਡੇ ਇਲਜ਼ਾਮ ਲੱਗੇ ਹੋਣ, ਲੇਕਿਨ ਜਿਹੜੇ ਸਰਸੇ ਵਾਲੇ ਨੇ ਉਹਨਾਂ ਦੇ ਵਿੱਚ ਮੈਂ ਕੋਈ ਉਹਨਾਂ ਦਾ ਸਮਰਥਕ ਨਹੀਂ ਹੈਗਾ, ਲੇਕਿਨ ਮੈਂ ਉਹਨਾਂ ਨੇ ਜੋ ਕੁਝ ਵੀ ਕੀਤਾ ਉਹਨਾਂ ਦੀ ਘੋਰ ਨਿੰਦਾ ਕਰਦਾ ਤੇ ਔਰ ਉਹਨਾਂ ਦੇ ਬਲਾਤਕਾਰੀ ਬਾਬੇ ਨੂੰ ਜਿਹੜੀ ਇਸੇ ਕਰਕੇ ਸਜ਼ਾ ਵੀ ਹੋਈ ਹੈਗੀ ਜੋ ਕੁਝ ਵੀ ਉਹਨਾਂ ਦੇ ਪਿਛਲੇ ਸਮੇਂ ਦੇ ਦੌਰਾਨ ਕੀਤਾ ਹੈਗਾ। ਪਰ ਇੱਕ ਚੀਜ਼ ਤੁਸੀਂ ਦੇਖੋ ਵੀ ਜੇਕਰ ਉਹਨਾਂ ਦੇ ਬੰਦਿਆਂ ਨੇ ਪਿਛਲੇ ਜਿੰਨੇ ਵੀ ਨੈਚੁਰਲ ਡਿਜ਼ਾਸਟਰ ਹੋਏ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਬੰਦੇ ਜਿਹੜੇ ਨੇ ਉਹ ਬੜੇ ਵੱਡੇ ਵੱਧ ਚੜ ਕੇ ਇਹਨਾਂ ਨੇ ਹਿੱਸਾ ਲਿਆ। ਚਲੋ ਕਹਿਣ ਤੋਂ ਭਾਵ ਇਹ ਹੈ ਕਿ ਭਾਵੇਂ ਖਾਲਸਾ ਐਡ ਹੋਵੇ ਚਾਹੇ ਬਾਬੇ ਹੋਣ ਚਾਹੇ ਇਹ ਇਹਨਾਂ ਦੇ ਉੱਤੇ ਤੁਸੀਂ ਦੇਖੋ ਵੀ ਇਹਨਾਂ ਦੇ ਉੱਤੇ ਇਲਜ਼ਾਮ ਕਿੱਡੇ ਲੱਗੇ ਨੇ। ਇੱਕ ਘਰਾਣੇ ਦੇ ਉੱਤੇ ਨੇ ਕਬਜ਼ਾ ਕਰ ਰੱਖਿਆ ਜੀ, ਫਲਾਣਾ ਕਰ ਰੱਖਿਆ, ਢਮਕਾ ਕਰ ਰੱਖਿਆ। ਸਿੱਖੀ ਜਿਹੜੀ ਉਹ ਕਿਹੜੇ ਪਾਸੇ ਨੂੰ ਨਿਕਲ ਗਈ? ਉਹ ਗੱਲਾਂ ਤਾਂ ਚਲੋ ਬਥੇਰੀਆਂ ਹੁੰਦੀਆਂ, ਨਾਲ ਗੱਲਾਂ ਇਹ ਵੀ ਹੁੰਦੀਆਂ ਕਿ ਲਿਫਾਫੇ ਚੋਂ ਪ੍ਰਧਾਨ ਵੀ ਨਿਕਲਦੇ ਨੇ। ਗੱਲਾਂ ਜਦੋਂ ਨਿਗਾਰ ਇਹਨਾਂ ਦਾ ਇਸੇ ਕਰਕੇ ਨੂੰ ਹੋਇਆ ਨਾ, ਇਸੇ ਕਰਕੇ ਨਿਗਾਰ ਵੱਲ ਵਧੀਆ ਚੀਜ਼ ਕਿ ਇਹ ਇੱਕ ਪਾਸੇ ਨੂੰ ਹੋ ਤੁਰ ਪਈ, ਇੱਕ ਸਿਸਟਮ ਦੇ ਅੰਦਰ ਹੋ ਕੇ ਰਹਿ ਗਈ ਜਿਹੜੀ ਕਿ ਸਿੱਖੀ ਨਾ ਹੋ ਕੇ ਇੱਕ ਪਰਿਵਾਰ ਜਾਂ ਇੱਕ ਸਿਸਟਮ ਦੇ ਅੰਦਰ ਅਧੀਨ ਹੋ ਕੇ ਚੱਲ ਪਈ। ਉਹਦੇ ਕਰਕੇ ਨਿਗਾਰ ਆ ਗਿਆ ਸਰ। ਉਹ ਜੇ ਉਹੀ ਗੱਲ ਉੱਥੇ ਆ ਜਾਂਦੀ ਕਿ ਜਿਹੜੀ ਰਾਜਨੀਤਿਕ ਇਹਨਾਂ ਦੀ ਖੁੱਦੋ ਹੈ ਤੇ ਉਹ ਜਦੋਂ ਖਿਲਣ ਲੱਗਦੀ ਹੈ ਤੇ ਉਹ ਫਿਰ ਨਾਲੇ ਮੁਸ਼ਕ ਵੀ ਮਾਰਦੀ ਹੈ, ਨਾਲੇ ਉਹਦੇ ਚੋਂ ਲੀਰਾਂ ਵੀ ਜਿਹੜੀਆਂ ਉਹ ਵੱਖ-ਵੱਖ ਤਰੀਕੇ ਦੀਆਂ ਨਿਕਲ ਆਉਂਦੀਆਂ ਨੇ। ਉਹ ਮੇਰੇ ਖਿਆਲ ਦੇ ਉਹ ਕਰਨ ਲਈ ਆਪਾਂ ਨੂੰ 7-8 ਸ਼ੋਅ ਨੇ ਜਿਹੜੇ ਉਹ ਲਗਾਤਾਰ ਕਰਨੇ ਪੈਣਗੇ। ਇਸੇ ਗੱਲ ਦੇ ਉੱਤੇ ਘੱਟੋ ਘੱਟ 7-8-10 ਸ਼ੋਅ ਹੋ ਸਕਦੇ ਨੇ ਇਸੇ ਗੱਲ ਨੂੰ ਲੈ ਕੇ ਲੰਬਾ ਜੀ। ਸੋ ਆਪਾਂ ਆਪਣੇ ਕੋਲੇ ਅੱਜ ਸਮਾਂ ਘੱਟ ਹੈ ਤੇ ਆਪਾਂ ਕੋਲੇ ਚਰਚਾਵਾਂ ਜਿਹੜੇ ਵਿਸ਼ੇ ਨੇ ਉਹ ਥੋੜੇ ਜ਼ਿਆਦਾ ਨੇ, ਤਾਂ ਆਪਾਂ ਅਗਲੇ ਵਿਸ਼ੇ ਵੱਲ ਵੱਧ ਜਾਂਦੇ ਹਾਂ। ਉਹ ਹੈ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ, ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਜਿਹੜੇ ਲੀਡਰ ਬਣੇ ਗਏ ਨੇ, ਬਾਦਲ ਸਾਹਿਬ ਦੇ ਸਾਲਾ ਸਾਹਿਬ ਨੇ। ਤੇ ਇਹਨਾਂ ਦੇ ਹੁਣ ਮੁਸ਼ਕਿਲਾਂ ਨੇ ਉਹ ਵਧੀਆਂ ਨੇ। ਅੱਜ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਯਾਚਕਾ ਪਾਈ ਹੋਈ ਸੀ ਕਿ ਜੀ ਮੇਰੀ ਜਿਹੜਾ ਡਰੱਗ ਵਾਲਾ ਮਾਮਲਾ ਕਹਿੰਦੇ ਪੋਲੀਟੀਕਲ ਵੈਂਡੇਟ ਹੈ, ਇਹਨੂੰ ਰੱਦ ਕੀਤਾ ਜਾਵੇ। ਉਹਦੇ ਉੱਤੇ ਅੱਜ ਸੁਪਰੀਮ ਕੋਰਟ ਵੱਲੋਂ ਇੱਕ ਤਰ੍ਹਾਂ ਦਾ ਫੈਸਲਾ ਆ ਗਿਆ। ਉਹ ਕਹਿੰਦੇ ਵੀ ਇਹੋ ਜਿਹਾ ਨਹੀਂ ਹੋਣਾ, ਜਿਹੜਾ ਇਸ ਟਾਈਮ ਮਾਮਲਾ ਚੱਲ ਰਿਹਾ ਹੈ ਉਵੇਂ ਤੁਹਾਡੇ ਤੇ ਚੱਲੂਗਾ ਤੇ ਜਿਵੇਂ ਕਿ ਕਾਰਵਾਈ ਜਿਹੜੀ ਹਾਈ ਕੋਰਟ ਕਰੂਗੀ। ਉਦੋਂ ਬਾਅਦ ਜੇ ਉੱਥੋਂ ਕੋਈ ਫੈਸਲਾ ਆਉਂਦਾ ਤਾਂ ਇਸ ਤੋਂ ਬਾਅਦ ਨੇ ਜਿਹੜੇ ਸੁਪਰੀਮ ਕੋਰਟ ਦਾ ਦਰਵਾਜ਼ਾ ਉਹ ਖਟਖਟਾ ਸਕਦੇ ਨੇ। ਪਹਿਲਾਂ ਆਪਾਂ ਥੋੜਾ ਜਿਹਾ ਸੁਣ ਲੈਂਦੇ ਹਾਂ ਕਿ ਉਹਨਾਂ ਦੇ ਵਕੀਲ ਸਾਹਿਬ ਨੇ ਕਿਹਾ ਕੀ ਹੈ, ਛੋਟਾ ਜਿਹਾ ਕਲਿੱਪ ਹੈ। ਉਦੋਂ ਬਾਅਦ ਆਪਾਂ ਫਿਰ ਇਸ ਬਾਰੇ ਜ਼ਰੂਰ ਚਰਚਾ ਕਰਾਂਗੇ। ਜੀ।
ਅੱਜ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਆਨਰੇਬਲ ਸੁਪਰੀਮ ਕੋਰਟ ਦਾ ਬਹੁਤ ਅਹਿਮ ਨਿਆਂਪੂਰਵਕ ਅਤੇ ਜਾਇਜ਼ ਫੈਸਲਾ ਆਇਆ ਹੈ। ਸਾਡੀ ਇੱਕ ਮੇਨ ਆਰਗੂਮੈਂਟ ਸੀ ਕਿ ਜਿਹੜਾ ਇਸ ਕੇਸ ਦਾ ਫੈਸਲਾ ਹੋਣਾ ਉਹ ਸਹੀ ਤਰੀਕੇ ਨਾਲ ਆਨਰੇਬਲ ਡਿਵੀਜ਼ਨ ਬੈਂਚ ਕੋਲ ਹੀ ਹੋਣਾ ਹੈ, ਕਿਉਂਕਿ ਕਈ ਸਾਰੀ ਰਿਪੋਰਟਾਂ ਇਸ ਕੇਸ ਮੁਤਲਕ, ਜਿਵੇਂ ਕਿ ਕੋਰਟ ਅਪਾਇੰਟਡ SIT ਦੀ ਰਿਪੋਰਟ ਉਹ ਸੀਲਬੰਦ ਪਈ ਹੈ, ਜਿਵੇਂ ਕਿ ਹਰਪ੍ਰੀਤ ਸਿੱਧੂ ਦੀ ਰਿਪੋਰਟ ਅੱਜ ਵੀ ਉਸੇ ਡਿਵੀਜ਼ਨ ਬੈਂਚ ਕੋਲ ਸੀਲਬੰਦ ਪਈ ਹੈ, ਜਿਹੜੀ ਗਲਤ ਤਰੀਕੇ ਨਾਲ ਉੱਥੋਂ ਕੱਢੀ ਗਈ। ਸੁਪਰਸੀਡਡ ਹਾਈ ਪਾਵਰਡ ਕਮੇਟੀ ਦੀ ਰਿਪੋਰਟ ਪੰਜਾਬ ਸਰਕਾਰ ਦੀ ਸੀਲਬੰਦ ਪਈ ਹੈ, ਔਰ ਲੇਟੈਸਟ ਰਿਪੋਰਟ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ 15/11/21 ਨੂੰ ਫਾਈਲ ਹੋਈ ਹੈ, ਉਹ ਵੀ ਇਸ ਕੇਸ ਮੁਤਲਕ ਸੀਲਬੰਦ ਉਸੇ ਡਿਵੀਜ਼ਨ ਬੈਂਚ ਕੋਲ ਪਈ ਹੈ। ਔਰ ਇਹ ਸਾਰੀ ਰਿਪੋਰਟਾਂ ਨੂੰ ਦੇਖੇ ਬਗੈਰ ਇਸ ਕੇਸ ਦਾ ਫੈਸਲਾ ਸਹੀ ਤਰੀਕੇ ਨਾਲ ਨਹੀਂ ਹੋ ਸਕਦਾ। ਸੋ ਅੱਜ ਇੱਕ ਬਹੁਤ ਅਹਿਮ ਫੈਸਲਾ ਹੈ। ਹੁਣ ਅਗਲੀ ਕਾਰਵਾਈ ਜਿਹੜੀ ਹੈ ਆਨਰੇਬਲ ਡਿਵੀਜ਼ਨ ਬੈਂਚ ਕੋਲ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕੀਤੀ ਜਾਵੇਗੀ। ਰਿਟ ਪਟੀਸ਼ਨ ਵੀ ਉੱਥੇ ਫਾਈਲ ਕੀਤੀ ਜਾਵੇਗੀ ਤੇ ਰੈਗੂਲਰ ਬੇਲ ਵੀ ਉੱਥੇ ਫਾਈਲ ਕੀਤੀ ਜਾਵੇਗੀ। ਥੈਂਕ ਯੂ। ਸੋ ਦੋਸਤੋ, ਆਪਾਂ ਦੇਖਿਆ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਜਿਹੜੇ ਵਕੀਲ ਸਾਹਿਬ ਨੇ, ਉਹਨਾਂ ਨੇ ਕਿਵੇਂ ਗੱਲਬਾਤ ਕੀਤੀ ਹੈ, ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ, ਤੇ ਇਹਨੂੰ ਆਪਾਂ ਗੁਰੂਆਂ ਜੀ ਕਿਵੇਂ ਦੇਖ ਸਕਦੇ ਹਾਂ, ਕਿਉਂਕਿ ਹੁਣ ਬਿਕਰਮ ਮਜੀਠੀਆ ਉਹਨਾਂ ਦੇ ਨਾਲ ਉਹ ਬਣ ਰਹੀ ਹੈ ਕਿ ਜਿਹੜਾ ਵੀ ਦਰਵਾਜ਼ਾ ਖੜਕਾਉਂਦੇ ਨੇ ਉਹੀ ਅੰਦਰੋਂ ਜਾਂ ਬਾਹਰੋਂ ਬੰਦ ਦਿਖਦਾ ਹੈ। ਇਹ ਹੁਣ ਆਪ ਬਾਹਰ ਉਹ ਦਰਵਾਜ਼ੇ ਤੋਂ ਕਿਵੇਂ ਆਣਗੇ, ਕਿਉਂਕਿ ਬੜੀਆਂ ਤਰ੍ਹਾਂ ਦੀਆਂ ਗੱਲਾਂ ਇਸ ਮਾਮਲੇ ਦੇ ਵਿੱਚ ਹੋ ਚੁੱਕੀਆਂ ਨੇ। ਕਦੀ ਕਹਿੰਦੇ ਇਹਨਾਂ ਦਾ ਬੈਰਕ ਚੇਂਜ ਕਰ ਦਿੰਦੇ ਨੇ, ਕਦੀ ਕਹਿੰਦੇ ਆਲੇ ਦੁਆਲੇ ਮੇਰੇ ਕਈ ਆਲੇ ਫਿਰਦੇ ਨੇ, ਮੈਨੂੰ ਉਹਨਾਂ ਤੋਂ ਡਰ ਲੱਗਦਾ। ਇਹ ਮਾਮਲੇ ਦੇ ਵਿੱਚ ਹੁਣ ਹੋਣਾ ਕੀ ਹੈ? ਦੇਖੋ, ਕਹਿੰਦੇ ਨੇ ਵੀ ਜੇ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜੇ ਮਾੜਾ ਟਾਈਮ ਆਇਆ ਹੋਵੇ ਤੇ ਊਂਠ ਤੇ ਬੈਠੇ ਬੌਣੇ ਨੂੰ ਵੀ ਕੁੱਤਾ ਦੰਦੀ ਵੱਢ ਲੈਂਦਾ। ਤੇ ਉਹ ਹਾਲਾਤ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਬਣੇ ਹੋਏ ਨੇ ਕਿ ਇਹ ਜਿਹੜਾ ਵੀ ਦਰਵਾਜ਼ਾ ਅੱਜ ਦੀ ਡੇਟ ਦੇ ਵਿੱਚ ਖੜਕਾ ਰਹੇ ਨੇ, ਹਰੇਕ ਦਰਵਾਜ਼ੇ ਦੇ ਪਿੱਛੋਂ ਜਿਹੜਾ ਕੋਈ ਨਾ ਕੋਈ ਜਿਹੜਾ ਉਹ ਗੜਬੜੀ ਨਿਕਲਦੀ ਹੈ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਣ ਦਾ ਜਿਹੜਾ ਰਸਤਾ ਕਿਸੇ ਪਾਸੋਂ ਮਿਲ ਨਹੀਂ ਰਿਹਾ। ਇੱਕ ਆਖਰੀ ਹੋਪ ਜਿਹੜੀ ਸੀ ਸੁਪਰੀਮ ਕੋਰਟ ਦੀ ਰਹਿ ਗਈ ਸੀ, ਕਿ ਜਿਹਨੂੰ ਇਹ ਕਿਹਾ ਵੀ ਜਾ ਰਿਹਾ ਸੀ ਵੀ ਸੁਪਰੀਮ ਕੋਰਟ ਵੱਲੋਂ ਇਹਨਾਂ ਨੂੰ ਰਾਹਤ ਦਿੱਤੀ ਜਾਏਗੀ। ਸੁਪਰੀਮ ਕੋਰਟ ਜਿਹੜੇ ਨੇ ਉਹ ਇਹ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਕੇਸ ਜਿਹੜਾ ਉਹ ਰੱਦ ਕੀਤਾ ਜਾਵੇ, ਲੇਕਿਨ ਜਸਟਿਸ DY ਚੰਦਰਚੂੜ ਇਹਦੀ ਜਿਹੜੀ ਹੈ ਉਹ ਪ੍ਰਧਾਨਗੀ ਵਾਲੀ ਜਿਹੜੀ ਖੰਡਪੀਠ ਸੀਗੀ ਇਹਨਾਂ ਦੀ, ਉਹਨਾਂ ਦੇ ਸੰਬੰਧ ਵਿੱਚ ਜਿਹੜੀ ਉਹ ਸੁਣਵਾਈ ਕਰ ਰਹੀ ਸੀ। ਤੇ ਉਹਨਾਂ ਨੇ ਜਿਹੜੇ ਇਹਨਾਂ ਦੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਜਿਹੜੇ ਵਕੀਲ ਸੀਗੇ ਕਪਿਲ ਸਿੱਬਲ, ਜਿਹੜੇ ਕਿ ਕਾਂਗਰਸ ਦੇ ਕਿਸੇ ਸਮੇਂ ਕੈਬਨਿਟ ਮੰਤਰੀ ਵੀ ਰਹੇ ਨੇ, ਉਹਨਾਂ ਨੂੰ ਕੋਰਟ ਨੇ ਸਵਾਲ ਕੀਤਾ ਕਿ ਸੰਵਿਧਾਨ ਦੀ ਧਾਰਾ 32 ਦੇ ਤਹਿਤ ਜਿਹੜਾ ਉਹ ਰਿਟ ਪਟੀਸ਼ਨ ਜਿਹੜੀ ਹੈ ਇੱਥੇ ਕਿਉਂ ਪਾਈ ਗਈ ਹੈ। ਤੇ ਤੁਹਾਡੇ ਕੋਲ ਹੋਰ ਵੀ ਤਾਂ ਬੜੇ ਉਪਾਅ ਸੀਗੇ ਕਿ ਤੁਸੀਂ ਉਹ ਹਾਈ ਕੋਰਟ ਵੀ ਤਾਂ ਜਾ ਸਕਦੇ ਸੀ, ਪੰਜਾਬ ਹਰਿਆਣਾ ਹਾਈ ਕੋਰਟ, ਤੇ ਉਹ ਹਾਈ ਕੋਰਟ ਤੁਸੀਂ ਗਏ ਨਹੀਂ ਤੇ ਤੁਸੀਂ ਸਿੱਧਾ ਸੁਪਰੀਮ ਕੋਰਟ 'ਚ ਆ ਗਏ। ਤੇ ਇਹਦੇ ਵਾਸਤੇ ਜਿਹੜੀ ਆ ਉਹ ਸਹੀ ਨਹੀਂ ਹੈ, ਪਲੇਟਫਾਰਮ ਸਹੀ ਨਹੀਂ ਹੈ। ਤੁਸੀਂ ਹਾਈ ਕੋਰਟ ਜਾਓ, ਤੇ ਮਤਲਬ ਇਹਦੇ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਹਲੇ ਸਿੱਧੇ ਹੀ ਆ ਗਏ। ਪਹਿਲਾਂ ਤੁਸੀਂ ਹਾਈ ਕੋਰਟ ਤੇ ਜਾਂਦੇ ਨਾ, ਹਾਈ ਕੋਰਟ ਜੇ ਤੁਹਾਡੀ ਸੁਣਵਾਈ ਨਾ ਕਰਦੀ ਤੇ ਫਿਰ ਤੁਸੀਂ ਸੁਪਰੀਮ ਕੋਰਟ 'ਚ ਆ ਸਕਦੇ ਸੀ। ਇਸ ਮਾਮਲੇ ਨੂੰ ਲੈ ਕੇ ਫਿਰ ਇਹ ਚੀਜ਼ ਜਿਹੜੀ ਆ ਉਹ ਅੱਗੇ ਮੰਗ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਹੈ। ਤੇ ਫਿਲਹਾਲ ਜਿਹੜੇ ਨੇ ਉਹ ਬਿਕਰਮ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਦੇ ਵਿੱਚ ਨੇ। ਤੇ ਮਤਲਬ ਉਹਨਾਂ ਦਾ ਇਹ ਤਰਕ ਹੈਗਾ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਹੈਗਾ ਸਾਰਾ ਮਾਮਲਾ, ਤੇ ਕਿਉਂਕਿ ਜਾਂਚ ਜਿਹੜੀ ਪਹਿਲਾਂ ਵੀ ਕਈ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਕਰ ਚੁੱਕੇ ਨੇ। ਸੋ ਵੇਖਣਾ ਇਹ ਹੋਏਗਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਕਦੋਂ ਪੈਂਦੀ ਹੈ, ਤੇ ਇਸ ਪਟੀਸ਼ਨ ਨੂੰ ਲੈ ਕੇ ਹਾਈ ਕੋਰਟ ਕੀ ਰੁਖ ਅਪਣਾਉਂਦਾ, ਤੇ ਉਹ ਜਿਹੜੀ ਚੀਜ਼ ਜਿਹੜੀ ਆ ਉਹ ਅੱਗੇ ਬਿਕਰਮ ਸਿੰਘ ਮਜੀਠੀਆ ਹੋਣਾ ਦੇ ਪੱਖ 'ਚ ਜਾਂਦੀ ਹੈ ਜਾਂ ਖਿਲਾਫ ਜਾਂਦੀ ਹੈ। ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਆ ਉਹਨਾਂ ਨੇ ਜ਼ਮਾਨਤ ਤੇ ਇਹਨਾਂ ਦੀ ਖਾਰਜ ਹੋ ਗਈ ਹੈ। ਉਹ ਹੁਣ ਅੱਗੇ ਜਿਹੜੀ ਅਦਾਲਤ ਇਹਨਾਂ ਨੂੰ ਉਸ ਅੰਡਰ ਸੈਕਸ਼ਨ 499 CRPC, ਇਹ ਜਿਹੜੀ FIR ਰੱਦ ਕਰਨ ਦੀ ਜਿਹੜੀ ਧਾਰਾ ਹੁੰਦੀ ਹੈ ਅੰਡਰ ਸੈਕਸ਼ਨ 499 CRPC ਦੇ ਤਹਿਤ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਸੀ ਵੀ ਇਸ FIR ਨੂੰ ਰੱਦ ਕੀਤਾ ਜਾਵੇ। ਉਹ ਹੁਣ FIR ਜਿਹੜੀ ਉਹ ਰੱਦ ਕਰਨ ਦੀ 499 ਦੀ ਜਿਹੜੀ ਉਹ ਸੁਣਵਾਈ ਕਰਦਿਆਂ ਉਹ ਕੀ ਫੈਸਲਾ ਦਿੰਦੀ ਹੈ, ਕੀ ਅਰਜ਼ੀ ਕਦੋਂ ਲੱਗਦੀ ਹੈ, ਕਿੰਨਾ ਚਿਰ ਲਮਕਦੀ ਹੈ, ਤੇ ਜਿੰਨਾ ਚਿਰ ਲਮਕੇਗੀ ਇਹ ਕਿਹਾ ਜਾ ਸਕਦਾ ਕਿ ਬਿਕਰਮ ਮਜੀਠੀਆ ਨੂੰ ਅੰਦਰ ਰਹਿਣਾ ਪਏਗਾ। ਪੋਲੀਟੀਕਲ ਵੈਂਡੇਟਾ ਦੀ ਇਹਨਾਂ ਦੇ ਵਕੀਲਾਂ ਨੇ ਗੱਲਬਾਤ ਚੱਕੀ ਹੈ। ਵਾਰ-ਵਾਰ ਜਿਹੜੇ ਬਿਆਨ ਨੇ ਉਹ ਵੀ ਅਕਾਲੀ ਲੀਡਰਾਂ ਦੇ ਆਈ ਜਾਂਦੇ ਨੇ, ਪੋਲੀਟੀਕਲ ਵੈਂਡੇਟਾ ਸਾਡੇ ਨਾਲ ਹੋਇਆ, ਰਾਜਨੀਤਿਕ ਧੱਕਾ ਕਹਿੰਦੇ ਕਿ ਸਾਡੇ ਨਾਲ ਕੀਤਾ ਜਾ ਰਿਹਾ ਹੈ। ਜਦੋਂ ਇਹ ਗੱਲ ਹੁੰਦੀ ਹੈ ਉਦੋਂ ਰਾਜਨੀਤਿਕ ਤੇ ਕਾਨੂੰਨੀ ਮਾਰ ਨੇ ਜਿਹੜੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ, ਜਦੋਂ ਉਹ ਪ੍ਰਧਾਨ ਪਾਰਟੀ ਦੇ ਰਹੇ ਸੀਗੇ ਕਾਂਗਰਸ ਦੇ, ਉਸ ਸਮੇਂ ਉਹਨਾਂ ਨੂੰ ਬੜਾ ਘੇਰਿਆ ਸੀ। ਕਹਿੰਦੇ ਇਹ ਜਿਹੜੇ ਪੱਟਾਂ ਦੇ ਥਾਪੀਆਂ ਮਾਰਦੇ ਫਿਰਦੇ ਨੇ ਕਿ ਜੀ ਮੈਂ ਅੰਦਰ ਕਰਾਇਆ, ਮੇਰੇ ਕਹਿਣ ਤੇ ਅੰਦਰ ਹੋਇਆ, ਮੈਂ ਜਿਹੜਾ ਐਡਵੋਕੇਟ ਜਨਰਲ ਆ ਉਹ ਵੀ ਮੈਂ ਚੇਂਜ ਕਰਾਇਆ, DGP ਵੀ ਮੈਂ ਚੇਂਜ ਕਰਾਇਆ। ਤੇ ਇਹ ਜਿਹੀਆਂ ਕਹਿੰਦੇ ਜਦੋਂ ਗੱਲਾਂ ਕਰਦੇ ਨੇ ਤਾਂ ਕਾਨੂੰਨ ਦੇ ਅੱਖਾਂ ਦੇ ਵਿੱਚ ਜਿਹੜਾ ਜਿਹਦੇ ਤੇ ਪੱਟੀ ਬੰਨੀ ਹੁੰਦੀ ਹੈ, ਕਹਿੰਦੇ ਉਹ ਪੱਟੀ ਨੂੰ ਉੱਪਰ ਚੱਕ ਕੇ ਦਿਖਾ ਰਹੇ ਨੇ ਕਿ ਦੇਖੋ ਜੀ ਕਾਂਗਰਸ ਨੇ ਇਹ ਅੰਦਰ ਕਰਵਾਇਆ ਹੁੰਦਾ। ਇਹਨੂੰ ਕਿਵੇਂ ਲੈਣੇ ਆ ਕਿ ਉਹ ਬਿਆਨ ਨੇ ਜਿਹੜੇ ਕਿ ਮੈਂ ਅੰਦਰ ਕਰਵਾਤਾ ਜਾਂ ਅਸੀਂ ਅੰਦਰ ਕਰਵਾਤਾ ਜਾਂ ਅਸੀਂ ਫੜ ਕੇ ਅੰਦਰ ਦੇਤਾ, ਅਸੀਂ ਟੰਗ ਦਾਂਗੇ, ਅਸੀਂ ਕਾਂ ਟੰਗ ਦਾਂਗੇ, ਅਸੀਂ 6.5 ਫੁੱਟ ਦਾ 6 ਫੁੱਟ 2 ਇੰਚ ਦਾ ਕਾਂ ਜਿਹੜਾ ਮਾਰ ਕੇ ਟੰਗ ਦਾਂਗੇ। ਇਹੋ ਜਿਹੀਆਂ ਗੱਲਾਂ ਜਦੋਂ ਹੋਈਆਂ ਉਸ ਤੋਂ ਬਾਅਦ ਕੀ ਜਿਹੜਾ
ਕੇਸ ਹੈ ਉਹ ਸਟਰੋਂਗ ਨਹੀਂ ਹੋਇਆ ਵਿਕਰਮ ਮਜੀਠੀਆ ਉਹਨਾਂ ਦਾ ਪੋਲੀਟੀਕਲ ਵੈਂਡੇਟਾ ਦੇ, ਜੇ ਆਪਾਂ ਪੱਖ ਤੋਂ ਦੇਖੀਏ? ਬਿਲਕੁਲ, ਇਹ ਤੁਸੀਂ ਦੇਖੋ ਵੀ ਜਿੰਨੇ ਰਾਜਨੀਤਿਕ ਬਿਆਨ ਇਸ ਮਾਮਲੇ ਨੂੰ ਲੈ ਕੇ ਆਉਂਦੇ ਚਲੇ ਜਾਣਗੇ, ਉਨਾ ਵਿਕਰਮ ਸਿੰਘ ਮਜੀਠੀਆ ਹੁਣ ਦਾ ਕੇਸ ਜਿਹੜਾ ਉਹ ਕਮਜ਼ੋਰ ਹੁੰਦਾ ਚਲਾ ਜਾਏਗਾ। ਤੁਸੀਂ ਗੱਲ ਨੋਟ ਕਰੋ ਕਿ ਜਦੋਂ ਗੱਲ ਹੋਈ ਸੀ ਪਿੱਛੇ ਸਮੇਂ ਦੇ ਦੌਰਾਨ, ਜਦੋਂ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਪਰਚਾ ਦਰਜ ਕਰਨ ਦੀ ਗੱਲ ਕੀਤੀ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ ਹੁਣ ਨਵਾਂ ਜਿਹੜਾ ਉਹ ਨਵੇਂ ਸਿਰ ਤੋਂ ਜਿਹੜੀ ਕਾਰਵਾਈ ਕਰਕੇ ਮੈਂ ਅੰਦਰ ਕਰ ਦਾਂਗਾ, ਮੈਂ ਇਹ ਕਰ ਦਾਂਗਾ, ਮੈਂ ਉਹ ਕਰ ਦਾਂਗਾ। ਜੇ ਬਾਦਲਾਂ ਬਾਰੇ ਵੀ ਗੱਲ ਕੀਤੀ ਸੀ, ਬਾਦਲਾਂ ਬਾਰੇ ਗੱਲ ਕੀਤੀ ਸੀ, ਮਾਫ ਕਰਨਾ, ਬਾਦਲਾਂ ਬਾਰੇ ਗੱਲ ਕੀਤੀ ਸੀ ਕਿ ਮੈਂ ਜਿਹੜਾ ਇਸ ਆਪਣਾ ਬੇਦਬੀ ਮਾਮਲੇ ਨੂੰ ਲੈ ਕੇ ਅਸੀਂ ਪਰਚਾ ਦਰਜ ਕਰਕੇ ਇਹਨਾਂ ਨੂੰ ਅੰਦਰ ਦੇ ਦਿਆਂਗੇ। ਤੇ ਤਾਜੀ ਜਿਹੜੀ ਸੀ ਘਟਨਾ ਜਿਹੜੀ ਹੋਈ ਸੀਗੀ, ਉਹ ਹੋਈ ਸੀਗੀ ਕਿ ਉਹ ਜਿਹੜੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਜਿਹੜੀ ਜਾਂਚ ਰਿਪੋਰਟ ਸੀ ਉਹ ਰੱਦ ਕੀਤੀ ਗਈ ਸੀ। ਨਵੀਂ ਜਾਂਚ SIT ਹਲੇ ਬਣਾਈ ਨਹੀਂ ਸੀ। ਉਸ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਇੱਕ ਬਿਆਨ ਆ ਗਿਆ ਸੀ ਕਿ ਅਸੀਂ ਫੜ ਕੇ ਬਾਦਲਾਂ ਨੂੰ ਅੰਦਰ ਦਿਆਂਗੇ। ਹੁਣ ਉਦੋਂ ਇੱਕ ਗੱਲ ਉੱਠੀ ਸੀ ਕਿ ਹਲੇ ਜਿਸ ਚੀਜ਼ ਦੀ SIT ਬਣੀ ਨਹੀਂ ਤੇ ਇਹ ਸਾਬਤ ਨਹੀਂ ਹੋਇਆ ਕਿ ਉਹ ਗਲਤ ਹੈਗੇ ਨੇ, ਉਹਦੇ 'ਚ ਉਹ ਦੋਸ਼ੀ ਹੈਗੇ ਵੀ ਨਹੀਂ ਹੈਗੇ, ਤੁਸੀਂ ਪਹਿਲਾਂ ਇਹ ਬਿਆਨ ਜਿਹੜਾ ਦੇ ਰਹੇ ਹੋ ਕਿ ਉਹ ਦੋਸ਼ੀ ਨੇ, ਉਹਨਾਂ ਨੂੰ ਫੜ ਕੇ ਅਸੀਂ ਅੰਦਰ ਦਿਆਂਗੇ, ਤਾਂ ਇਹ ਜਦੋਂ ਕੋਰਟ 'ਚ ਜਾਏਗਾ ਤਾਂ ਮਾਮਲਾ ਤਾਂ ਸਪਸ਼ਟ ਹੋ ਜਾਏਗਾ ਵੀ ਇਹ ਤਾਂ ਪੋਲੀਟੀਕਲ ਵੈਂਡੇਟਾ ਹੈਗਾ। ਇਹੋ ਕੁਝ ਹੁਣ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਲਾ ਲਓ। ਹਲੇ ਅਦਾਲਤ ਨੇ ਇਸ ਚੀਜ਼ ਦਾ ਫੈਸਲਾ ਕਰਨਾ ਕਿ ਕੀ ਹੈਗਾ ਕੀ ਨਹੀਂ ਹੈਗਾ। ਉਸ ਤੋਂ ਪਹਿਲਾਂ ਵੀ ਕਾਫੀ ਜਿਹੜਾ ਉਹਨਾਂ ਨੇ ਬਿਆਨ ਦਿੱਤੇ ਕਿ ਇਹ ਵਿਕਰਮ ਸਿੰਘ ਮਜੀਠੀਆ ਹੋਣੀ ਦੋਸ਼ੀ ਨੇ ਜੀ, ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਡਰੱਗ ਤਸਕਰਾਂ ਦੇ ਨਾਲ ਹੈਗਾ ਜੀ, ਫਲਾਣਾ ਜੀ, ਢਮਕਾ, ਵੀ ਕਾਫੀ ਕੁਝ ਲੱਗਾ ਜੀ। ਜਦ ਕਿ ਮਾਮਲਾ ਪਿਛਲੇ ਕਾਫੀ ਸਮੇਂ ਦੇ ਉੱਤੋਂ ਜਿਹੜਾ ਸੀਗਾ ਉਹ ਪੈਂਡਿੰਗ ਪਿਆ ਰਿਹਾ, ਕਿਸੇ ਨੇ ਕੋਰਟ ਦੇ ਵਿੱਚ ਖੁਲਵਾਈਆਂ ਹੀ ਨਹੀਂ। ਉਹ ਜਿਹੜੀ ਜਾਂਚ ਰਿਪੋਰਟਾਂ ਸੀਗੀਆਂ, ਜਿਹੜੀਆਂ ਚੱਟੋਪਾਧਿਆ ਦੀ ਸੀਗੀ ਤੇ ਹਰਪ੍ਰੀਤ ਸਿੱਧੂ ਵਾਲਾਂ ਦੀ ਸੀਗੀ, ਉਹ ਕੋਰਟ ਨੇ ਆਪ ਵੀ ਕਹਿਤਾ ਸੀਗਾ ਕਿ ਮਾਨਯੋਗ ਅਦਾਲਤ ਨੇ ਕਿਹਾ ਕਿ ਅਸ ਤਾਂ ਰੁਕਿਆ ਨਹੀਂ, ਤੁਸੀਂ ਜਦੋਂ ਮਰਜ਼ੀ ਰਿਪੋਰਟ ਖੋਲ। ਹਾਂ, ਉਹਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਨਾਮ ਆਉਣ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, ਹੁਣ ਜਾਂਚ ਰਿਪੋਰਟਾਂ ਬੰਦ ਪਈਆਂ ਨੇ ਉਹਦੇ ਵਿੱਚ। ਉਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਦੋਸ਼ੀ ਠਹਿਰਾਈ ਜਾ ਰਹੇ ਹਾਂ, ਤੇ ਉਹ ਕਿਤੇ ਨਾ ਕਿਤੇ ਜਦੋਂ ਕੋਰਟ ਦੇ ਵਿੱਚ ਜਾ ਕੇ ਇਸ ਮਾਮਲੇ ਦੀ ਬਹਿਸ ਹੋਣੀ ਹੈ ਤਾਂ ਉਦੋਂ ਇਹ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਜੀ ਇਹ ਤਾਂ ਇਹਨਾਂ ਨੇ ਪਹਿਲਾਂ ਹੀ ਗਿਣੀ ਮਿੱਥੀ ਸਾਜ਼ਿਸ਼ ਦੇ ਮੈਨੂੰ ਅੰਦਰ ਕੀਤਾ, ਹਾਲੇ ਤੱਕ ਕੁਝ ਸਾਹਮਣੇ ਆਇਆ ਵੀ ਨਹੀਂ ਸੀ, ਸਾਨੂੰ ਪਹਿਲਾਂ ਇਹਨਾਂ ਨੇ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ ਸੀ ਜੀ। ਸੋ ਕਿਤੇ ਨਾ ਕਿਤੇ ਜੋ ਕੁਝ ਵੀ ਵਿਕਰਮ ਸਿੰਘ ਮਜੀਠੀਆ ਹੋਣੀ ਕਹਿ ਰਹੇ ਨੇ, ਜੋ ਕੁਝ ਵੀ ਹੋਰ ਪੋਲੀਟੀਸ਼ੀਅਨਸ ਕਹਿ ਰਹੇ ਨੇ, ਉਹ ਸਾਰਾ ਦਾ ਸਾਰਾ ਇਹਨਾਂ ਦੇ ਅਗੇਂਸਟ ਹੀ ਜਾਏਗਾ ਜੀ। ਇਸੇ ਕਰਕੇ ਸਿਆਣੇ ਨੇ ਭਗਵੰਤ ਮਾਨ ਹਾਲੇ ਤੱਕ ਇਸ ਮਾਮਲੇ ਨੂੰ ਲੈ ਕੇ ਕੋਈ ਬਿਆਨ ਨਹੀਂ ਦੇ ਰਹੇ। ਕੋਈ ਬਿਆਨ ਤੁਸੀਂ ਦੇਖੋਗੇ ਇਹਨਾਂ ਦੇ ਮਾਮਲੇ ਨੂੰ ਲੈ ਕੇ ਨਹੀਂ ਦੇ ਰਹੇ, ਜਦ ਕਿ ਅਰਵਿੰਦ ਕੇਜਰੀਵਾਲ ਹੋਣਾ ਨੂੰ ਇਹਨਾਂ ਕਰਕੇ ਮਾਫੀ ਮੰਗਣੀ ਪਈ ਸੀ ਵਿਕਰਮ ਸਿੰਘ ਮਜੀਠੀਆ ਹੋਣਾ ਕਰਕੇ। ਅਰਵਿੰਦ ਕੇਜਰੀਵਾਲ ਨੇ ਵੀ ਇਹ ਕਿਹਾ ਸੀ ਮੈਂ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਫੜ ਕੇ ਅੰਦਰ ਦਿਆਂਗਾ, ਇਹ ਨਸ਼ਾ ਤਸਕਰਾ, ਇਹ ਫਲਾਣਾ ਢਿਮਕਾ, ਬਾਅਦ ਚ ਇਹਨਾਂ ਨੂੰ ਮਾਫੀ ਮੰਗਣੀ ਪਈ ਸੀ। ਖੁੰਦਕ ਉਹਨਾਂ ਨੂੰ ਵੱਧ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਕਿੰਨੀ ਬਦਨਾਮੀ ਹੋਈ। ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਦਿੱਤਾ ਕਿ ਜੇਕਰ ਅਸੀਂ ਬਿਆਨ ਦਿਆਂਗੇ ਤਾਂ ਉਹ ਚੀਜ਼ ਜਿਹੜੀ ਆ ਉਹਨਾਂ ਦੇ ਖਿਲਾਫ ਹੀ ਜਾਏਗੀ, ਇਹ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਹੀ ਜਾਏਗੀ ਜੀ। ਤੇ ਇਹ ਚੀਜ਼ ਨੂੰ ਲੈ ਕੇ ਜਿਹੜੇ ਨੇ ਉਹ ਜਿੰਨੇ ਬਾਕੀ ਦੇ ਪੋਲੀਟੀਸ਼ੀਅਨ ਨੇ ਉਹ ਸਾਰੇ ਦੇ ਸਾਰੇ ਲੱਗੇ ਹੋਏ ਨੇ। ਸੋ ਭਗਵੰਤ ਮਾਨ ਹੋਣੀ ਸਿਆਣਪ ਵਰਤਨੇ ਨੇ ਕਿਉਂਕਿ ਸਰਕਾਰ ਉਹ ਚਲਾ ਰਹੇ ਨੇ। ਫਿਲਹਾਲ ਜਿਹੜਾ ਉਹ ਜੇਕਰ ਸਰਕਾਰ ਵੱਲੋਂ ਜਿਹਾ ਕੋਈ ਬਿਆਨ ਆਉਂਦਾ ਤਾਂ ਉਹ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਦੇ ਖਿਲਾਫ ਜਾਏਗਾ, ਸਰਕਾਰ ਦੇ ਖਿਲਾਫ ਜਾਏਗਾ। ਪਰ ਜੇ ਹੋਰ ਪਾਰਟੀਆਂ ਦਿੰਦੀਆਂ ਨੇ ਤਾਂ ਕਿਤੇ ਨਾ ਕਿਤੇ ਇਸ ਚੀਜ਼ ਦਾ ਰੌਲਾ ਜ਼ਰੂਰ ਪੈ ਸਕਦਾ ਵੀ ਕੋਰਟ ਦੇ ਵਿੱਚ ਜਾ ਕੇ ਜੀ ਇਹ ਤਾਂ ਪੋਲੀਟੀਕਲ ਵੈਂਡੇਟਾ ਹੈ ਜੀ, ਇਹ ਰਾਜਨੀਤਿਕ ਕਿੜ ਕੱਢਣ ਲਈ ਸਾਰਾ ਕੁਝ ਕੀਤਾ ਜਾ ਰਿਹਾ ਜੀ। ਇਹ ਤਾਂ 2-3 ਸਵਾਲ ਹੋਰ ਜਿਹੜੇ ਇਹ ਸਾਰੀ ਬਹਿਸ ਤੋਂ ਨਿਕਲ ਆਉਂਦੇ ਨੇ। ਇਹ ਇੱਕ ਗੱਲ ਤਾਂ ਇਹ ਹੈ ਕਿ ਜਿਹੜੀਆਂ ਗੱਲਾਂ ਪਾਰਟੀ ਦੇ ਅੰਦਰ ਹੋਣੀਆਂ ਚਾਹੀਦੀਆਂ, ਮੀਟਿੰਗ 'ਚ, ਬੰਦ ਕਮਰਾ ਮੀਟਿੰਗਾਂ 'ਚ ਹੋਣੀਆਂ ਚਾਹੀਦੀਆਂ, ਉਹ ਸਿੱਧੂ ਉਹਨਾਂ ਨੇ ਆ ਕੇ ਸਟੇਜਾਂ ਤੋਂ ਬੋਲਤੀਆਂ। ਬੜੇ ਲੋਕਾਂ ਨੇ ਪਸੰਦ ਵੀ ਕਰੀਆਂ। ਜਦੋਂ ਇਹੋ ਜਿਹੀਆਂ ਕੋਈ ਗਰਮ ਜਿਹੀਆਂ ਗੱਲਾਂ ਕਰਦਾ, ਉਹ ਭਾਵੇਂ ਸਿੱਧੂ ਮੂਸੇ ਵਾਲਾ ਹੋਵੇ ਜਾਂ ਸਿੱਧੂ ਪਟਿਆਲੇ ਵਾਲਾ ਹੋਵੇ, ਉਹ ਦੋਨਾਂ ਦੀਆਂ ਗੱਲਾਂ ਨੇ ਬੜੀਆਂ ਲੋਕੀ ਸਵਾਦ ਲੈ ਕੇ ਦੇਖਦੇ ਵੀ ਨੇ ਤੇ ਨਾਲ ਉਹਦੀ ਚਰਚਾ ਵੀ ਹੁੰਦੀ ਹੈ। ਪਰ ਉਹਦੇ ਨਾਲ ਨੁਕਸਾਨ ਕੀ ਹੁੰਦਾ, ਦੋਨਾਂ ਦੀਆਂ ਗੱਲਾਂ ਦਾ ਉਹ ਆਪਾਂ ਦੇਖ ਚੁੱਕੇ ਹਾਂ, ਪੋਲੀਟੀਕਲ ਤੌਰ ਦੇ ਤੇ ਵੀ ਤੇ ਨਿੱਜੀ ਤੌਰ ਦੇ ਉੱਤੇ ਵੀ। ਹੁਣ ਸਵਾਲ ਇਹ ਉੱਠਦਾ ਕਿ ਜਦੋਂ ਕੇਜਰੀਵਾਲ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਚਿੱਟੇ ਦੇ ਤਸਕਰ ਨੇ, ਉਹਨਾਂ ਦੇ ਉੱਤੇ ਨਾਲ ਦੀ ਨਾਲ ਜਿਹੜੇ ਉਹ ਪਰਚੇ ਕਰਾ ਦਿੱਤੇ ਗਏ, ਨਾਲ ਹੀ ਨਾਲ ਜਿਹੜਾ ਕੇਸ ਲਾਤਾ ਕਿ ਮੇਰੇ ਤਾਂ ਡੈਫਾਮੇਸ਼ਨ ਹੋ। ਜਦੋਂ ਨਵਜੋਤ ਸਿੰਘ ਸਿੱਧੂ ਨੇ, ਜਿਨ੍ਹਾਂ ਨਾਲ ਇੰਨੀ ਜ਼ਿਆਦਾ ਵਿਗੜ ਚੁੱਕੀ ਸੀ ਵਿਕਰਮ ਮਜੀਠੀਆ ਉਹਨਾਂ ਦੀ ਕਿ ਦੋਨੇ ਇੱਕ ਦੂਜੇ ਨੂੰ ਦੇਖ ਕੇ ਵੀ ਰਾਜੀ ਸੀਗੇ, ਜਦੋਂ ਮਿਲੇ ਤਾਂ ਉਦੋਂ ਕੀ ਸ਼ਬਦਾਵਲੀ ਸੀਗੀ ਸਿੱਧੂ ਉਹਨਾਂ ਦੀ ਉਹ ਵੀ ਆਪਾਂ ਦੇਖੀ ਹੈ। ਤੇ ਉਦੋਂ ਬਾਅਦ ਇਹਨਾਂ ਤੇ ਇਹੋ ਜਿਹਾ ਕਿਉਂ ਕੋਈ ਪਰਚਾ ਕਿਉਂ ਨਹੀਂ ਹੋਇਆ? ਕਿਉਂਕਿ ਇਹਨਾਂ ਤੋਂ ਜ਼ਿਆਦਾ ਬਦਨਾਮੀ ਮੈਨੂੰ ਤਾਂ ਨਹੀਂ ਲੱਗਦਾ ਕਿ ਕੇਜਰੀਵਾਲ ਉਹਨਾਂ ਨੇ ਹਿੰਦੀ, ਪੰਜਾਬੀ, ਅੰਗਰੇਜ਼ੀ ਕਿਸੇ ਵੀ ਭਾਸ਼ਾ 'ਚ ਕੀਤੀ ਹੋਣੀ। ਤੁਸੀਂ ਇੱਕ ਗੱਲ ਨੋਟ ਕਰੋ, ਕਦੇ ਨਵਜੋਤ ਸਿੰਘ ਸਿੱਧੂ ਉਹਨਾਂ ਦੀਆਂ ਪੁਰਾਣੀਆਂ ਜਿਹੜੇ ਭਾਸ਼ਣ ਨੇ, ਸਪੀਚਾਂ ਨੇ, ਉਹਨਾਂ ਨੂੰ ਕੱਢ ਕੇ ਸੁਣਿਓ ਜੀ। ਉਹਦੇ 'ਚ ਉਹ ਸਪਸ਼ਟ ਤੌਰ ਤੇ ਕਹਿ ਰਹੇ ਨੇ ਕਿ ਜਿਹੜੀ ਹਰਪ੍ਰੀਤ ਸਿੱਧੂ ਤੇ ਚੱਟੋਪਾਧਿਆ ਦੀ ਰਿਪੋਰਟ ਆ ਉਹਦੀ ਕਾਪੀ ਮੇਰੇ ਕੋਲ ਵੀ ਹੈਗੀ ਹੈ। ਇਹ ਕਾਪੀ ਨਾ ਤਾਂ ਕੇਜਰੀਵਾਲ ਕੋਲ ਸੀ,
ਤੇ ਨਾ ਹੀ ਕਿਸੇ ਹੋਰ ਪੋਲੀਟੀਸ਼ੀਅਨਸ ਕੋਲ ਸੀ। ਜੀ ਜੇ ਉਹ ਇਹ ਚੀਜ਼ ਨੂੰ ਜਾ ਕੇ ਰੌਲਾ ਪਾਉਂਦੇ ਜਾਂ ਕੋਰਟ 'ਚ ਜਾਂਦੇ ਤੇ ਉਹਨਾਂ ਨੇ ਕਾਪੀ ਪੇਸ਼ ਕਰ ਦੇਣੀ ਸੀ ਵੀ ਆਹ ਚੱਕੋ ਜੀ, ਆਹ ਕਾਪੀ ਹੈ, ਇਹਦੇ ਆਧਾਰ ਤੇ ਮੈਂ ਬੋਲ ਰਿਹਾ। ਇਹ ਚੀਜ਼ ਨੂੰ ਲੈ ਕੇ ਉਹ ਕਾਫੀ ਜਿਹੜਾ ਉਹ ਸਿਆਣਪ ਵਾਲਾ ਕੰਮ ਕੀਤਾ। ਉਹਨਾਂ ਕੋਲੇ ਕੁਝ ਹੈ ਨਹੀਂ ਸੀਗਾ, ਉਹ ਜਵਾਨੀ ਕਲਾਮੀ ਬੋਲ ਰਹੇ ਸੀਗੇ, ਇਸ ਕਰਕੇ ਉਹਨਾਂ ਦੇ ਉੱਤੇ ਜੋ ਮੇਰੀ ਹੁਣ ਤੱਕ ਦੀ ਜਿਹੜੀ ਮੇਰੀ ਸਮਝ ਦੇ ਮੁਤਾਬਕ ਜੋ ਕੁਝ ਹੁਣ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਹੋਣੀ ਜਦੋਂ ਗੱਲ ਕਰਦੇ ਸੀ ਤੇ ਉਹ ਕਹਿੰਦੇ ਸੀ ਇਹਦੀ ਇੱਕ ਕਾਪੀ ਮੇਰੇ ਕੋਲ ਵੀ ਹੈਗੀ ਹੈ। ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਉਹ ਇਹ ਦਾਬਾ ਹੀ ਕਾਫੀ ਸੀਗਾ ਜਿਹਦੇ ਕਰਕੇ ਉਹਨਾਂ ਦੇ ਖਿਲਾਫ ਉਹਨਾਂ ਨੇ ਕੁਝ ਨਹੀਂ ਕੀਤਾ। ਲੇਕਿਨ ਉਹਨਾਂ ਨੂੰ ਉਹਦੇ ਬਾਰੇ ਪਤਾ ਸੀਗਾ ਕਿ ਕੇਜਰੀਵਾਲ ਕੋਲ ਵੀ ਕੁਝ ਨਹੀਂ ਹੈਗਾ ਤੇ ਬਾਕੀਆਂ ਕੋਲ ਵੀ ਕੁਝ ਨਹੀਂ ਹੈਗਾ, ਇਸ ਕਰਕੇ ਉਹਨਾਂ ਨੇ ਉਹਦੇ ਉੱਤੇ ਕੇਸ ਕੀਤਾ ਤੇ ਉਹ ਕਿਉਂਕਿ ਕੁਝ ਹੈ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਮਾਫੀ ਮੰਗਣੀ ਪਈ। ਜੀ ਉਹ ਲੱਗਦਾ ਪੱਤਰਕਾਰਾਂ ਵਾਂਗੂ ਜਿਹੜੇ ਹੁਣ ਰਾਜਨੀਤਿਕ ਪਾਰਟੀਆਂ ਵਾਲਿਆਂ ਨੇ ਵੀ ਆਪਣੇ ਸੂਤਰ ਰੱਖਣੇ ਸ਼ੁਰੂ ਕਰਤੇ, ਜਿਹੜੇ ਦੱਸ ਦਿੰਦੇ ਨੇ ਅੰਦਰੋਂ ਕਿ ਇਹਨਾਂ ਕੋਲ ਕੁਝ ਹੈ ਪੱਲੇ ਜਾਂ ਨਹੀਂ ਹੈ, ਜਾਂ ਇਹ ਐਵੇਂ ਜਿਹੜੀਆਂ ਉਹ ਫੁੱਕੀਆਂ ਧਮਕੇ ਮਾਰ ਰਹੇ ਨੇ। ਤੇ ਕੁਲਵੰਤ ਜੀ ਤੁਸੀਂ ਬਹੁਤ ਚਰਚਾ ਕਰੀ ਪੂਰੇ ਮਾਮਲੇ ਦੇ ਉੱਤੇ, ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਸ਼ੋਅ। ਕਿਵੇਂ ਲੱਗਿਆ ਤੁਹਾਨੂੰ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਵਧੀਆ ਲੱਗੇ ਹੋਏ ਵੀਡੀਓ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਤੇ ਸਾਡੇ ਨਾਲ ਜੁੜੇ ਰਹੋ ਜੀ। ਕੱਲ ਤੁਹਾਨੂੰ ਫੇਰ ਮਿਲਦੇ ਐਸੇ ਜੇ ਟਾਈਮ। ਬਹੁਤ ਧੰਨਵਾਦ।